पंच विकार तिन संतन को वंदना सिर चरणन पर तार एकंकार सतगुरु तेह प्रसाद सच होए। वाहिगुरु जी की फतह बिघन विनाशन सोए। वाहिगुरु जी की फतह विघ्न बिघन विनाशन विनाशन सोए। सोए। सतनाम श्री वाहिगुरु साहिब जी। उत्तम जनो कामना मन मह तिन तपस्सन को तिन बनवास। जन्म मरण जिन कबू न होए फुन गे ज्ञान अज्ञान विनाश। उत्तम जिनो कामना मन मह। वाहिगुरु जी का खालसा वाहिगुरु जी की फतेह। जबर छतर तख्त दे मालक कृपा निदान सर्व शक्तिमान गद्दी नसीन सतगुरु के जाहर जहूर हैं के हाजिर हजूर हैं। धन 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 साहिब श्री गुरु ग्रंथ साहिब जी महाराज गरीब निवाज। हजूर सच्चे पातशाह महाराज साहिब जी की पावन हजूरी अंदर सभाईमान गुरु भगती दा रसमान रही सत्कारत गुरु प्यारी गुरु खालसा साध संगत जीओ। नानक जिस मस्तक वड भाग गुर की बाणी सहज बैराग। वड्डे भागां वाले हाँ जो कि महान तीर्थ महान अस्थान चौजी प्रीतम साहिबे कमाल खालसा पंथ दे वाली तेग राह फताहा गुरु गोबिंद सिंह। जानो दिल राह गुरु गोबिंद सिंह। देग और तेग दे धनी धन धन साहिब श्री गुरु गोबिंद सिंह जी महाराज। पतत उदाहरण प्राण पत सद सदा हजूरा। वह प्रगट्यो पुरख भगवंत रूप गुरु गोबिंद सूरा। भगवंत परमात्मा दे सरगुण स्वरूप महाराज साहिब जी दे पावन चरना कमलों की छोह नाल सर सबज हुई धरती। प्यारे खालसा पंथ जी का प्रगट अस्थान तख्त श्री केसगढ़ साहिब जी। सोहने सजे हुए सतगुरां दे दरबार विच समय समय दे नाल आप जी पहुँच करके लाहा प्राप्त कर रहे हो। गुरु के दरों घरों वरुस होए हुए कीर्तनीय जथे पासों अमृत बाणी दे मनोहर कीर्तन का आनंद माणिया है। आओ सुन हर कथा उतारी मैल महापुनीत भये सुख सैल।
ਝਰਹਿ ਕਸੰਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਨੁਆ। ਸਤਿਗੁਰਾਂ ਦੀ ਸੰਗਤ ਵਿੱਚ ਬੈਠ ਕਰਕੇ ਗੁਰੂ ਕੀ ਕਥਾ ਨੂੰ ਸੁਣੀਏ, ਪਾਪ ਝੜ ਜਾਂਦੇ ਨੇ, ਮਨ ਨਿਰਮਲ ਹੋ ਜਾਂਦਾ ਹੈ। ਤੋ ਜਿਵੇਂ ਆਪਾਂ ਸਰਵਣ ਕਰ ਰਹੇ ਹਾਂ, ਸਾਹਿਬੇ ਕਮਾਲ ਚੋਜੀ ਪ੍ਰੀਤਮ ਪਾਤਸ਼ਾਹ ਜੀ ਦਾ ਪੂਰਬਲਾ ਜਨਮ, ਪੂਰਬਲਾ ਤਪ ਅਸਥਾਨ ਧਰਤੀ ਹੇਮਕੁੰਟ ਸਾਹਿਬ ਦੀ ਪਾਵਨ ਪਰਬਤ, ਜੋ ਤਕਰੀਬਨ ਸਾਧ ਸੰਗਤ ਜੀ ਧਰਤੀ ਤੋਂ ਹਜ਼ਾਰਾਂ ਫੁੱਟ ਉੱਚਾ ਹੈ। 16,000 ਦੇ ਕਰੀਬ ਉਚਾਈ ਤੇ ਇਹ ਪਰਬਤ ਧਰਤੀ ਤੋਂ ਮੰਨਿਆ ਗਿਆ ਹੈ। ਵੱਧ ਘੱਟ ਵੀ ਹੋ ਸਕਦਾ ਹੈ, ਆਪੋ ਆਪਣੇ ਅਨੁਮਾਨ ਨੇ। ਤੋ ਜਿਸ ਪਰਬਤ ਤੇ ਬੈਠ ਕੇ ਮਹਾਰਾਜ ਜੀ ਨੇ ਇਹ ਤਪ ਕੀਤਾ ਹੈ, ਉਸ ਪਰਬਤ ਦੀ ਜੋ ਸ਼ੋਭਾ ਹੈ, ਉਪਮਾ ਹੈ, ਕਵੀ ਰਾਜ ਚੂੜਾਮਨ ਕਵੀ ਗਿਆਨੀ ਸੰਤੋਖ ਸਿੰਘ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਉਲੀਕੀ ਹੈ, ਜੋ ਆਪਾਂ ਸੁਣੀ ਹੈ। ਕਿਸ ਤਰ੍ਹਾਂ ਉੱਥੇ ਦਰਖਤ ਨੇ ਔਰ ਕਿਵੇਂ ਕਿਵੇਂ ਦੇ ਜੀਵ ਰਹਿੰਦੇ ਨੇ, ਤਰ੍ਹਾਂ ਤਰ੍ਹਾਂ ਦੇ ਮੋਰ ਬਬੀਹੇ ਬੋਲਦੇ, ਦੇਖ ਬੱਦਲ ਕਾਲੇ, ਚੱਕਵੀ ਸੂਰਜ ਹੇਤ ਹੈ ਖਿੜ ਮੂੰਹ ਵਿਖਾਲੇ, ਚੱਕਵੇ ਚੱਕਵੀਆਂ ਦੇ ਜੋੜੇ, ਕਾਂ ਕੌਣੀ ਕੋਇਲਾਂ ਮੋਰ, ਤੋਤੇ ਆਦਿਕ ਹੰਸ ਆਦਿਕ ਮਰਾਲ, ਜੋ ਵੀ ਉਹ ਤਰ੍ਹਾਂ ਤਰ੍ਹਾਂ ਦੀਆਂ ਆਪੋ ਆਪਣੀ ਵਾਰੀ ਦੇ ਨਾਲ ਆਵਾਜ਼ਾਂ ਕੱਢਦੇ ਨੇ। ਇਸ ਤਰ੍ਹਾਂ ਚੌਪਾਇਆਂ ਦੇ ਵਿੱਚੋਂ ਜੋ ਸ਼ੇਰ ਆਦਿਕ, ਬਘਿਆੜ ਆਦਿਕ, ਚੀਤੇ ਆਦਿਕ, ਔਰ ਇਸੇ ਤਰ੍ਹਾਂ ਰੇਛ ਭਾਲੂ, ਉਹ ਵੀ ਉੱਥੇ ਜੰਗਲ ਵਿੱਚ ਹਨ। ਕੱਲ੍ਹ ਹੀ ਇੱਕ ਗੁਰਮੁਖ ਪਿਆਰਾ ਭਾਈ ਮਨਜੀਤ ਸਿੰਘ ਉਹ ਦੱਸ ਰਿਹਾ ਸੀ ਕਿ ਹੇਮਕੁੰਟ ਸਾਹਿਬ ਦੇ ਉੱਪਰ ਇੱਕ ਗੁਫਾ ਹੈ ਭਾਲੂ ਦੀ, ਬੜਾ ਵੱਡਾ ਭਾਲੂ ਉੱਥੇ ਰਹਿੰਦਾ ਹੈ। ਹੇਮਕੁੰਟ ਸਾਹਿਬ ਵਾਲੇ ਪਾਵਨ ਸਥਾਨ ਤੋਂ ਉਹਦੀ ਗੁਫਾ ਦਿਸਦੀ ਹੈ। ਕਈ ਵਾਰ ਉਹ ਥੱਲੇ ਵੀ ਆਉਂਦਾ ਹੈ, ਤੇ ਜੇ ਕੋਈ ਮਹਾਰਾਜ ਸਾਹਿਬ ਦਾ ਸਰੂਪ ਲਿਜਾਣ ਦੀ ਖੇਚਲ ਕਰੇ, ਕਹਿਣ ਤੋਂ ਭਾਵ ਜਦੋਂ ਸੁਖ ਆਸਣ ਕਰਦੇ ਨੇ, ਸਾਰੀ ਸਮਾਪਤੀ ਜਦੋਂ ਹੁੰਦੀ ਹੈ, ਤਕਰੀਬਨ ਮੇਰੇ ਖਿਆਲ ਸਤੰਬਰ ਦਾ ਉਹ ਮਹੀਨਾ ਹੋਵੇਗਾ, ਹੇਠਾਂ ਲੈ ਕੇ ਮਹਾਰਾਜ ਦਾ ਸਰੂਪ ਆ ਜਾਇਆ ਕਰਦੇ ਸਨ। ਅੱਜ ਕੱਲ੍ਹ ਤਾਂ ਉੱਪਰ ਹੀ ਬੜਾ ਸੋਹਣਾ ਸਾਰਾ ਪ੍ਰਬੰਧ ਹੋ ਗਿਆ ਹੈ, ਕਿਉਂਕਿ ਉੱਤੇ ਆਕਸੀਜਨ ਦੀ ਬੜੀ ਘਾਟ ਹੋਇਆ ਕਰਦੀ ਹੈ। ਰਹਿਣਾ ਬੜਾ ਉੱਥੇ ਕਠਿਨ ਹੈ। ਇੱਕ ਤਾਂ ਠੰਡ ਬਹੁਤ ਹੈ, 12 ਮਹੀਨੇ ਹੀ ਬਰਫ਼ ਪੈਂਦੀ ਹੈ। ਦੂਸਰਾ ਆਕਸੀਜਨ ਦੀ ਬੜੀ ਕਮੀ ਹੈ। ਉਹ ਦੱਸ ਰਿਹਾ ਸੀ ਕਿ ਸਾਡੇ ਨਾਲ ਦੇ ਜਦੋਂ ਰਾਤ ਸੁੱਤੇ ਤੇ ਉਹਨਾਂ ਦੇ ਸਾਹ ਬੰਦ ਹੋਣ ਲੱਗੇ, ਅੱਬੜ ਕੇ ਉੱਠੇ ਵਿਚਾਰੇ ਕਿ ਕੀ ਹੋਇਆ। ਤੋ ਅੱਜ ਤੋਂ ਤਕਰੀਬਨ 20-22 ਸਾਲ ਪਹਿਲਾਂ ਅਸੀਂ ਜਥੇ ਵਿੱਚ ਜਦੋਂ ਰਹਿੰਦੇ ਸਾਂ ਤਾਂ ਪੂਰੀ ਬੱਸ ਲੈ ਕੇ ਉੱਥੇ ਗਏ ਸਾਂ। 20-25 ਸਿੰਘ, ਸਾਰੇ ਹੀ 5 ਪਿਆਰਿਆਂ ਦੀ ਸੇਵਾ ਵਿੱਚ ਲੱਗਣ ਵਾਲੇ ਤਿਆਰ ਬਰ ਤਿਆਰ ਸਿੰਘ ਸਨ। ਤੋ ਅੱਜ ਕੱਲ੍ਹ ਤਾਂ ਰਸਤੇ ਬਹੁਤ ਵਧੀਆ ਬਣ ਚੁੱਕੇ ਨੇ, ਉਦੋਂ ਰਸਤੇ ਨਹੀਂ ਸੀ। ਤਕਰੀਬਨ 20 ਕਿਲੋਮੀਟਰ ਦਾ ਜਿਹੜਾ ਰਸਤਾ ਹੈ ਪੈਦਲ ਹੀ ਚੱਲਣਾ ਪੈਂਦਾ ਸੀ। 12-13 ਕਿਲੋਮੀਟਰ ਦਾ ਰਸਤਾ ਜਿਹੜਾ ਹੈ ਉਹ ਇੱਕ ਦਿਨ ਤੈਅ ਕਰਨਾ ਪੈਂਦਾ ਸੀ। ਜਿਸ ਤਰ੍ਹਾਂ ਦੀ ਆਪਣੇ ਚੜ੍ਹਾਈ ਗੁਰੂ ਕੇ ਲਾਹੌਰ ਦੀ ਹੈ, ਇਸ ਤਰ੍ਹਾਂ ਦਾ ਰਸਤਾ। ਤੇ 6 ਕਿਲੋਮੀਟਰ ਦਾ ਰਸਤਾ ਬਿਲਕੁਲ ਸਿੱਧਾ, ਜਿਵੇਂ ਨੈਣਾ ਦੇਵੀ ਉੱਪਰ ਨੂੰ, ਇਸ ਤਰ੍ਹਾਂ ਉੱਪਰ ਨੂੰ ਸਿੱਧਾ ਰਸਤਾ। ਔਰ ਉਦੋਂ ਪੌੜੀਆਂ ਜਿਹੀਆਂ ਬਣਾ ਕੇ ਉਹ ਖੋਦਿਆ ਹੋਇਆ ਸੀ।
ਤੋ ਸਾਧ ਸੰਗਤ ਜੀ, ਅਸੀਂ ਆਪਸ ਦੇ ਵਿੱਚ ਸੋਚਿਆ ਕਿ ਜਾ ਕੇ ਨਾ ਜਪਜੀ ਸਾਹਿਬ ਦੇ ਪਾਠ ਕਰਾਂਗੇ ਸਰੋਵਰ ਦੇ ਵਿੱਚ ਖੜੇ ਹੋ ਕੇ। ਪਰ ਜਦੋਂ 5-5 ਟੁੱਬੇ ਲਾਏ ਸਾਡੇ ਸਰੀਰ ਸੁੰਨ ਹੋ ਗਏ ਸਨ, ਬਾਹਰ ਨਿਕਲਣਾ ਔਖਾ, ਇੰਨਾ ਮਤਲਬ ਠੰਡਾ ਪਾਣੀ। ਤੁਸੀਂ ਦੇਖੋ ਸਿਆਲ ਦੇ ਦਿਨਾਂ ਵਿੱਚ ਇੰਨਾ ਠੰਡਾ ਪਾਣੀ ਤੇ ਗਰਮੀ, ਵਾਹਿਗੁਰੂ ਗਰਮੀ ਦੇ ਦਿਨਾਂ ਵਿੱਚ ਇੰਨਾ ਠੰਡਾ, ਸਿਆਲ ਵਿੱਚ ਕਿਵੇਂ ਦਾ ਹੋਵੇਗਾ। ਤੋ ਫਿਰ ਉੱਥੇ ਅਸੀਂ ਤਕਰੀਬਨ 3 ਦਿਨ ਰਹੇ ਸਾਂ। ਉਹ ਜਿਹੜੇ ਹੇਮਕੁੰਟ ਸਾਹਿਬ ਦੇ ਪ੍ਰਬੰਧਕ ਸਨ, ਆਪਣੇ ਸਾਰੇ ਸੱਜਣ ਪ੍ਰੇਮੀ, ਉਹਨਾਂ ਨਾਲ ਵਿਚਾਰ ਕਰਕੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਅਸੀਂ ਉੱਥੇ ਕਰਕੇ ਆਏ ਉੱਪਰ। ਤੋ ਤਕਰੀਬਨ ਕੋਈ ਸਿੰਘ ਬਚਿਆ ਹੋਵੇਗਾ ਜਿਹੜਾ ਢਿੱਲਾ ਨਾ ਹੋਇਆ ਹੋਵੇਗਾ ਠੰਡ ਦੇ ਕਾਰਨ ਕਰਕੇ। ਤੋ ਇਸ ਤਰ੍ਹਾਂ ਦਾ ਮੌਸਮ ਹੈ। ਪਰ ਤੁਸੀਂ ਦੇਖੋ ਐਸੇ ਮੌਸਮ ਵਿੱਚ ਇਹ ਤਪਸਵੀ ਤੇ ਮਹਾਰਾਜ ਸਾਹਿਬ ਕਿਤਨਾ ਸਮਾਂ, ਲੱਖਾਂ ਸਾਲ, ਲੱਖਾਂ ਬਰਖ ਤਪ ਕਰਦੇ ਰਹੇ ਨੇ। ਤੋ ਜੋ ਮੈਂ ਬੇਨਤੀ ਕਰ ਰਿਹਾ ਸੀ, ਕਹਿੰਦੇ ਜਦੋਂ ਮਹਾਰਾਜ ਦਾ ਸਰੂਪ ਲੈ ਕੇ ਹੇਠਾਂ ਨੂੰ ਚੱਲੇ ਤੇ ਭਾਲੂ ਆ ਕੇ ਪੈ ਗਿਆ ਉਹ, ਕਿ ਮਹਾਰਾਜ ਦਾ ਸਰੂਪ ਲੈ ਕੇ ਕਿੱਧਰ ਨੂੰ ਜਾ ਰਹੇ ਨੇ। ਮਸਾਂ ਕਹਿੰਦੇ ਉਹਦੇ ਤੋਂ ਬਚਾਅ ਕੀਤਾ। ਕਈ ਵਾਰ ਜਦੋਂ ਹੇਠਾਂ ਨੂੰ ਆਉਣ ਲੱਗਦਾ, ਸੰਗਤਾਂ ਉਹਦੇ ਤੋਂ ਬਚਾਅ ਕਰਦੀਆਂ, ਭੱਜਦੀਆਂ ਨੇ, ਡਰ ਜਾਂਦੇ ਨੇ ਕਈ। ਪਰ ਉਹ ਜ਼ਿਆਦਾ ਕਿਸੇ ਦਾ ਨੁਕਸਾਨ ਵੀ ਨਹੀਂ ਕਰਦਾ। ਤੇ ਕਈ ਦਫਾ ਉੱਥੇ ਇਸ ਤਰ੍ਹਾਂ ਦੇ ਸ਼ਰਾਰਤੀ ਲੋਕ ਵੀ ਚਲੇ ਜਾਂਦੇ ਨੇ ਜਿਹੜੇ ਪਿਕਨਿਕ ਮਨਾਉਣ ਵਾਸਤੇ। ਇੱਥੇ ਵੀ ਕਈ ਤਰ੍ਹਾਂ ਦੇ ਆਉਂਦੇ ਨੇ ਇਸ ਤਰ੍ਹਾਂ ਦੇ। ਮਹਾਰਾਜ ਸਾਹਿਬ ਨੂੰ ਭਾਵੇਂ ਮੱਥਾ ਨਾ ਟੇਕਣ, ਪਰ ਬਾਹਰ ਵਿੰਗੇ ਟਿੰਡੇ ਹੋ ਕੇ ਫੋਟੋਆਂ ਜ਼ਰੂਰ ਲਾਉਣਗੇ। ਅੱਧਾ ਘੰਟਾ ਬਾਹਰ ਭਾਵੇਂ ਲੰਘ ਜਾਵੇ, ਸਤਿਗੁਰਾਂ ਦੇ ਦਰਬਾਰ ਵਿੱਚ 5 ਮਿੰਟ ਵੀ ਨਹੀਂ ਬੈਠਣਗੇ। ਗੁਰਮੁਖੋ, ਇਹ ਉਹ ਪਾਵਨ ਸਥਾਨ ਹੈ ਜਿਸ ਸਥਾਨ ਤੋਂ ਸਾਨੂੰ ਨੀਚਾਂ ਨੂੰ ਸਰਦਾਰੀਆਂ ਮਿਲੀਆਂ ਨੇ। ਐਵੇਂ ਨਾ ਸਮਝ ਲਿਓ ਇਸ ਸਥਾਨ ਨੂੰ ਕਿ ਬਸ ਮੱਥਾ ਟੇਕਿਆ ਤੇ ਭੱਜਣ ਦੀ ਕਰੋ। ਇਸ ਸਥਾਨ ਤੋਂ ਸਾਨੂੰ ਨੀਚਾਂ ਨੂੰ, ਨੀਵਿਆਂ ਨੂੰ ਮਹਾਰਾਜ ਜੀ ਨੇ ਸਰਦਾਰੀਆਂ ਦਿੱਤੀਆਂ, ਰਾਜ ਦਿੱਤੇ, ਉੱਚਿਆਂ ਕੀਤਾ। ਗੁਰਮੁਖੋ, ਇਹ ਜੋ ਕੁਝ ਵੀ ਅੱਜ ਅਸੀਂ ਹਾਂ, ਇਸੇ ਅਸਥਾਨ ਦੀ ਬਦੌਲਤ, ਬਾਜਾਂ ਵਾਲੇ ਪਿਤਾ ਦੀ ਬਦੌਲਤ ਹਾਂ। ਘੱਟੋ ਘੱਟ ਇੱਕ ਘੜੀ ਜਾਂ ਅੱਧੀ ਘੜੀ ਜ਼ਰੂਰ ਬਰਾਗ ਵਿੱਚ ਬੈਠਿਆ ਕਰੋ ਇਸ ਪਾਵਨ ਸਥਾਨ ਤੇ, ਭਿੱਜ ਕੇ ਮਨ ਨੂੰ, ਸਾਰੇ ਫੁਰਨਿਆਂ ਨੂੰ ਰੋਕ ਕੇ, ਸਭ ਪਾਸਿਓਂ ਮਨ ਨੂੰ ਰੋਕ ਕੇ ਬੈਠ ਕੇ ਕੁਝ ਬਰਾਗ ਕਰਕੇ ਜਾਇਆ ਕਰੋ। ਕਲਗੀਆਂ ਵਾਲੇ ਪਿਤਾ, ਜੇ ਤੁਸੀਂ ਇਹ ਸਾਡੇ ਤੇ ਕਿਰਪਾ ਨਾ ਕਰਦੇ ਤੇ ਅਸੀਂ ਪਤਾ ਨਹੀਂ ਕੀ ਅੱਜ ਹੋਣਾ ਸੀ, ਕੀ ਸਾਡੀ ਹਾਲਤ ਹੋਣੀ ਸੀ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਸਥਾਨ ਤੇ ਕਹਿੰਦੇ ਇੱਕ ਵਾਰ ਪਿਕਨਿਕ ਮਨਾਉਣ ਵਾਲੇ ਚਲੇ ਗਏ, ਕੋ ਨਸ਼ਾ ਕਰਕੇ ਗਏ, ਉੱਤੇ ਜਾ ਕੇ ਸ਼ਰਾਰਤਾਂ ਕਰਨ ਲੱਗੇ। ਕਮੇਟੀ ਵਾਲਿਆਂ ਉਹਨਾਂ ਨੂੰ ਕਾਫੀ ਘੂਰਿਆ, ਰੋਕਿਆ ਤੇ ਹੇਠਾਂ ਭਜਾ ਦਿੱਤਾ। ਅਗਲੀ ਵਾਰ ਉਹ ਆਪਣੇ ਨਾਲ ਹੋਰ ਬੰਦੇ ਲੈ ਕੇ ਆਏ, ਨਾਲ ਕੁਝ ਸ਼ਸਤਰ ਹਥਿਆਰ ਵੀ ਲੈ ਆਏ। ਜੇ ਕੋਈ ਰੋਕੇਗਾ ਤੇ ਮੁਕਾਬਲਾ ਅੱਗੋਂ ਕਰਾਂਗੇ। ਹੇਠਾਂ ਗੋਬਿੰਦ ਘਾਟ ਵਾਲੇ ਸਥਾਨ ਤੋਂ ਨਸ਼ਾ ਪੀ ਕੇ ਜਦੋਂ ਉਹ ਗੱਡੀ ਲੈ ਕੇ ਅੱਗੇ ਜਾਣ ਲੱਗੇ, ਕੁਦਰਤ ਦੀ ਨੇਤ ਇਸ ਤਰ੍ਹਾਂ ਦੀ ਵਰਤੀ ਸਾਧ ਸੰਗਤ ਜੀ, ਗੱਡੀ ਉਲਟੀ ਤੇ ਡੂੰਘੀ ਖੱਡ ਵਿੱਚ ਜਾ ਕੇ ਡਿੱਗ ਪਈ। ਇੱਕੋ ਜਾਣਾ ਬਚਿਆ, ਉਹ ਵੀ ਜ਼ਖਮੋਂ ਜ਼ਖਮੀ ਹੋਇਆ, ਬਾਕੀ ਸਾਰੇ ਖਤਮ ਹੋ ਗਏ ਥਾਂ ਤੇ ਹੀ। ਤੋ ਇਸ ਕਰਕੇ ਇਹੋ ਜੇ ਗੁਰੂ ਕੀ ਕਲਾ ਵਾਲੇ ਸਥਾਨ ਤੇ ਜਾਈਏ ਤਾਂ ਸਰਲ ਮਨ ਹੋ ਕੇ ਜਾਈਏ। ਕਦਾਚਿਤ ਵੀ ਆਪਣੀਆਂ ਮਨਮਤ ਨਾ, ਮਨ ਮਰਜ਼ੀਆਂ ਨਾ ਕਰੀਏ। ਉੱਥੇ ਜਾ ਕਰਕੇ ਡਰ ਰੱਖ ਕੇ, ਭੈ ਰੱਖ ਕੇ, ਭਾਵਨਾ ਦੇ ਨਾਲ, ਭਾਵੋ ਹੀ ਵਿਦਤੋ ਦੇਵਾ। ਤੋ ਐਸੇ ਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਰ੍ਹਾਂ ਤਰ੍ਹਾਂ ਦੇ ਇਹ ਜੀਵ ਜੰਤੂ ਜਿਹੜੇ ਨੇ ਭੈ ਵਿੱਚ ਰਹਿ ਰਹੇ ਨੇ, ਵੱਧ ਫੁੱਲ ਰਹਿ ਰਹੇ ਨੇ। ਉੱਥੇ ਬੜੇ ਤਪੱਸਵੀ ਬੜਿਆਂ ਤਰੀਕਿਆਂ ਦੇ ਨਾਲ ਤਪ ਕਰ ਰਹੇ ਨੇ। ਕੋਈ ਇੱਕ ਭਾਰ ਦੇ, ਲੱਤ ਦੇ ਭਾਰ ਤੇ ਖੜਾ ਹੈ, ਕਿਸੇ ਨੇ ਆਪਣੇ ਹੱਥ ਉੱਪਰ ਨੂੰ ਕੀਤੇ, ਕੋਈ ਪੁੱਠਾ ਲਟਕ ਕੇ ਤਪ ਕਰ ਰਿਹਾ, ਕੋਈ ਜਲ ਧਾਰੇ ਕਰ ਰਿਹਾ, ਕੋਈ ਠੰਡੇ ਪਾਣੀ ਤੇ ਪੈ ਕੇ ਤਪ ਕਰ ਰਿਹਾ, ਕੋਈ ਪਾਣੀ ਵਿੱਚ ਖੜੇ ਹੋ ਕੇ ਗਲ ਤੱਕ ਤਪ ਕਰ ਰਿਹਾ ਹੈ। ਤੋ ਇਸ ਤਰ੍ਹਾਂ ਦੇ ਬੇਅੰਤ ਤਪਸਵੀ
ਜਿਨ੍ਹਾਂ ਨੂੰ ਕੋਈ ਹੋਰ ਇੱਛਾ ਹੈ ਹੀ ਨਹੀਂ। ਇੱਕ ਤਾਂ ਉਹ ਤਪ ਕਰਨ ਵਾਲੇ ਹੁੰਦੇ ਜਿਹੜੇ ਕਿਸੇ ਕਾਮਨਾ ਨੂੰ ਲੈ ਕੇ ਤਪ ਕਰਦੇ, ਉਹਨਾਂ ਨੂੰ ਸਕਾਮੀ ਤਪੀ ਕਿਹਾ ਜਾਂਦਾ। ਜਿਵੇਂ ਹਰਨਾਕਸ਼ ਨੇ ਤਪ ਕੀਤਾ ਸੀ, ਨਾ ਅੰਦਰ ਵਰਾਂ ਨਾ ਬਾਹਰ ਮਰਾਂ, 12 ਵਰ ਲਏ ਸਨ। ਜਿਵੇਂ ਰਾਵਣ ਨੇ ਵਰ ਲਏ ਸਨ ਤਪ ਕਰਕੇ, ਕੰਸ ਨੇ। ਪਰ ਇਹ ਜਿਹੜੇ ਤਪਸਵੀ ਨੇ, ਔਰੰਗਜ਼ੇਬ ਵਰਗਿਆਂ ਵੀ ਤਪ ਕਰਕੇ ਵਰ ਲਏ ਸਨ। ਇਹ ਤਪਸਵੀ ਕੋਈ ਦੁਨਿਆਵੀ ਇੱਛਾ ਨੂੰ ਲੈ ਕੇ ਤਪ ਨਹੀਂ ਕਰ ਰਹੇ। ਇਹ ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ। ਬਸ ਇੱਕੋ ਹੀ ਇੱਛਾ, ਮਹਾਰਾਜ ਦੀਦਾਰ ਦਿਓ, ਦਰਸ਼ਨ ਦਿਓ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕੁਮਲਾਰੇ। ਤੇ ਬੜਾ ਵੱਡਾ ਉਹਨਾਂ ਦੇ ਅੰਦਰ ਆਤਮ ਗਿਆਨ ਦਾ ਪ੍ਰਕਾਸ਼ ਵੀ ਹੋਇਆ ਪਿਆ ਹੈ। ਉੱਚੀਆਂ ਉੱਚੀਆਂ ਅਵਸਥਾ ਨੂੰ ਵੀ ਪਹੁੰਚੇ ਹੋਏ ਹਨ। ਇੱਥੋਂ ਤੱਕ ਆਪਾਂ ਕਥਾ ਸੁਣੀ ਹੈ। ਅੱਗੇ ਆ ਰਹੀ ਕਥਾ ਨੂੰ ਆਓ ਸਰੋਤੇ ਸਤ ਸੰਗੀ ਜਨੋ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇੱਕ ਵਾਰ ਸਾਰੇ ਹੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਨ ਕੇ ਵੱਡ ਮਹੰਤ ਹੋਏ ਬਾਸਹਿ। ਉਹਨਾਂ ਦੇ ਜਿਹੜੇ ਵੱਡੇ ਮਹੰਤ ਨੇ, ਮੁਖੀ ਦੁਸ਼ਟ ਦਮਨ ਮਹਾਰਾਜ ਸਾਹਿਬ ਜੀ, ਸਾਰਿਆਂ ਦੇ ਪੂਜਨੀਕ, ਸਾਰਿਆਂ ਦੇ ਸਿਰਮੌਰ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਜਿਹੜੇ ਸਾਧੂ ਮਿਲੇ ਸਨ, ਜਿਨ੍ਹਾਂ ਨੂੰ 20 ਰੁਪਏ ਦਾ ਭੋਜਨ ਛਕਾਇਆ ਸੀ, ਉਹਨਾਂ ਦੇ ਵੱਡੇ ਮਹੰਤ ਸੰਤਰੇਣ ਜੀ ਸਨ, ਚੂੜਕਾਣੇ, ਜਿੱਥੇ ਅੱਜ ਕੱਲ੍ਹ ਖਰਾ ਸੌਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਸੱਚਾ ਸੌਦਾ। ਤੋ ਇੱਧਰ ਜਿਹੜੇ ਵੱਡੇ ਮਹੰਤ ਨੇ, ਸਾਰੇ ਸਾਧੂਆਂ ਦੇ, ਤਪਸਵੀਆਂ ਮੁਨੀਆਂ ਦੇ, ਉਹ ਦੁਸ਼ਟ ਦਮਨ ਸਾਹਿਬ ਜੀ ਹਨ। ਕਠਨ ਕਰਤ ਤਪ ਸ਼ੰਭੂ ਸਮਾਨ। ਕਹਿੰਦੇ ਉਹ ਬੜਾ ਕਠਨ, ਬੜਾ ਘੋਰ ਉਗਰ ਤਪ ਕਰ ਰਹੇ ਨੇ ਇੱਕੋ ਜਗ੍ਹਾ ਤੇ ਬੈਠ ਕੇ। ਸੰਭ ਸਮਾਨ, ਸੰਭੂ ਸ਼ਿਵ ਜੀ ਨੂੰ ਕਹਿੰਦੇ ਨੇ। ਸ਼ਿਵ ਜੀ ਦੀ ਉਦਾਹਰਨ ਇਸ ਕਰਕੇ ਦਿੱਤੀ ਕਵੀਰਾਜ ਜੀ ਨੇ, ਕਿਉਂਕਿ ਸ਼ਿਵ ਜੀ ਕੈਲਾਸ਼ ਪਰਬਤ ਤੇ 88,000 ਵਰ੍ਹਾ ਸਮਾਧੀ ਲਾ ਕੇ ਤਪ ਕਰਦਾ। ਜਦੋਂ ਬਹਿ ਜਾਂਦਾ ਫਿਰ 88,000 ਵਰ੍ਹੇ ਤੱਕ ਕੋਈ ਹਿਲਦਾ ਨਹੀਂ, ਐਡੀ ਲੰਮੀ ਉਸ ਦੀ ਸਮਾਧੀ ਹੈ। ਤੋ ਇਸ ਕਰਕੇ ਉਦਾਹਰਣ ਮਾਤਰ ਹੈ ਸਾਧ ਸੰਗਤ ਜੀ, ਇੱਕ ਅੰਗੀ ਇਹ ਦ੍ਰਿਸ਼ਟਾਂਤ ਹੁੰਦਾ ਹੈ। ਜਿਵੇਂ ਆਪਾਂ ਕਹਿ ਦਿੰਦੇ ਜੀ ਫਲਾਣਾ ਫਲਾਣੇ ਵਰਗਾ, ਪਰ ਹੈ ਤਾਂ ਨਹੀਂ। ਵਰਗਾ ਜ਼ਰੂਰ ਹੋਵੇਗਾ, ਰੂਪ ਉਹਦੇ ਵਰਗਾ ਹੋਵੇਗਾ, ਚਾਲ ਉਹਦੇ ਵਰਗੀ ਹੋਵੇਗੀ, ਪਰ ਉਹ ਹੈ ਤਾਂ ਨਹੀਂ। ਤੋ ਇਸ ਤਰ੍ਹਾਂ ਇਹ ਕੇਵਲ ਇੱਕ ਅੰਗੀ ਦ੍ਰਿਸ਼ਟਾਂਤ ਹੈ ਕਿ ਜਿਵੇਂ ਸ਼ਿਵ ਜੀ ਇਤਨੀ ਲੰਮੀ ਸਮਾਧ ਲਾ ਕੇ ਤਪ ਕਰਦਾ, ਇਵੇਂ ਮਹਾਰਾਜ ਦੁਸ਼ਟ ਦਮਨ ਜੀ ਤਪ ਕਰ ਰਹੇ ਹਨ। ਰੋਕ ਰਖੀ ਕੇ ਨੀਕ ਵਿਦ ਪ੍ਰਭ ਜੀ। ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਦੁਸ਼ਟ ਦਮਨ ਜੀ ਆਪਣੇ ਰਖੀਕ, ਰਖੀਆਂ ਨੂੰ ਰੋਕ ਕੇ, ਇੰਦਰੀਆਂ ਨੂੰ ਰੋਕ ਕੇ। ਰਖੀਕ ਨਾਮ ਇੰਦਰੀਆਂ ਦਾ ਹੈ, ਇਹਦੇ ਤੋਂ ਹੀ ਰਖੀ ਬਣਿਆ ਹੈ। ਜਿਹੜਾ ਤਪਸਵੀ ਆਪਣੇ ਇੰਦਰੀਆਂ ਤੇ ਕਾਬੂ ਪਾ ਲਵੇ, ਮਨ ਨੂੰ ਜਿੱਤ ਲਵੇ, ਉਹਨੂੰ ਰਖੀ ਕਿਹਾ ਜਾਂਦਾ ਹੈ। ਰਖੀ ਕੋਈ ਕਹਿਣੇ ਦਾ ਨਾਮ ਨਹੀਂ ਹੈ। ਤੋ ਜਿਵੇਂ ਬਾਬਾ ਆਨੰਦ ਸਿੰਘ ਜੀ ਨੂੰ ਰਖੀ ਕਹਿੰਦੇ ਸਨ, ਬੜਾ ਉਹਨਾਂ ਨੇ ਆਪਣਾ ਮਨ ਵੀ ਔਰ ਇੰਦਰੀ ਵੀ ਕਾਬੂ ਪਾ ਕੇ ਰੱਖੇ। ਤੋ ਇਸ ਤਰ੍ਹਾਂ ਇਹ ਆਪਣੇ ਇੰਦਰੀਆਂ ਨੂੰ ਰੋਕ ਕੇ ਦੁਸ਼ਟ ਦਮਨ ਜੀ ਬੜਾ ਸਮਾਧ ਵਿੱਚ ਲੀਨ ਹੋ ਕੇ ਜੁੜੇ ਹਨ। ਉਰਦ ਕਰੇ ਇੱਕ ਪਦ ਜੁਗ ਪਾਨ। ਸਭ ਇੰਦਰੀਆਂ ਵਸ ਕਰ ਦਿੱਤੀ ਓਨ, ਸਤਵੰਤਾ ਸਾੜਾ, ਜਿਤ ਲਾਇਨ ਤਿਤ ਲੱਗਦੀਆਂ ਨੈ ਖਿੰਜੋ ਤਾੜਾ। ਤੋ ਉੱਪਰ ਨੂੰ ਹੱਥ ਕੀਤੇ ਹੋਏ ਹਨ, ਉੱਪਰ ਨੂੰ ਇੱਕ ਚਰਨ ਦੇ ਭਾਰ ਤੇ ਕਦੇ ਖੜੇ ਹੋ ਕੇ ਤਪ ਕਰਦੇ ਹਨ। ਜਿਮ ਗਿਰ ਪਰ ਤਰ ਸਥਿਰ ਸਿਸਰ ਰੁੱਤ। ਕਹਿੰਦੇ ਜਿਵੇਂ ਪਹਾੜ ਦੇ ਉੱਤੇ ਜਦੋਂ ਸਿਸਰ ਦੀ ਰੁੱਤ ਆਉਂਦੀ ਹੈ, ਜਿਹਨੂੰ ਪੱਤਝੜ ਰੁੱਤ ਕਹਿੰਦੇ ਨੇ, ਬਸੰਤ ਰੁੱਤ ਤੋਂ ਪਹਿਲਾਂ ਦੀ ਰੁੱਤ, ਜਦੋਂ ਪੱਤੇ ਆਦਿਕ ਸਭ ਝੜ ਜਾਂਦੇ ਨੇ, ਜਿਵੇਂ ਉਹ ਦਰਖਤ ਦਿਸਦੇ ਹਨ ਪੱਤਰਿਆਂ ਤੋਂ ਬਿਨਾ। ਤਿਮ ਰਹਿ ਅਚਲ ਰਿਦਾ ਦਿੜ ਠਾਨ। ਉਹ ਜਿਹੜੇ ਪੱਤਿਆਂ ਤੋਂ ਬਿਨਾ ਦਰਖਤ ਝੜੇ ਹੋਏ ਐ ਅਚਲ ਖੜੇ ਨੇ,
ਕਿਉਂਕਿ ਜਦੋਂ ਹਵਾ ਚੱਲੇ ਪੱਤਰੇ ਤਾਂ ਹਿਲਦੇ ਨੇ, ਟਾਹਣੀਆਂ ਹਿਲਦੀਆਂ, ਪਰ ਉਹਨਾਂ ਦੇ ਨਾਲ ਪੱਤਰੇ ਪੁੱਤਰੇ ਸਭ ਝੜ ਚੁੱਕੇ ਨੇ। ਜਿਵੇਂ ਦ੍ਰਿੜ ਐ ਅਚਲ ਹੋ ਕੇ ਉਹ ਦਰਖਤ ਪਹਾੜਾਂ ਵਿੱਚ ਖੜੇ ਦਿਸਦੇ ਨੇ ਨਾ, ਇਵੇਂ ਦੁਸ਼ਟ ਦਮਨ ਜੀ ਅਚਲ ਹੋ ਕੇ ਹਿੱਲਣ ਤੋਂ ਰਹਿਤ ਤਾਪ ਕਰ ਰਹੇ ਹਨ। ਮਨੋ ਕਮਲ ਪਰ ਚਤੁਰ ਬਦਨ ਥਿਤ। ਦੂਜੀ ਉਦਾਹਰਣ ਦੇ ਰਹੇ ਨੇ, ਮਾਨੋ ਕਮਲ ਆਸਣ ਤੇ ਜਿਹੜਾ ਚਾਰ ਮੂੰਹਾਂ ਵਾਲਾ ਬ੍ਰਹਮਾ, ਜਿਵੇਂ ਉਹ ਸਮਾਧੀਨ ਹੋ ਕੇ ਤਪ ਕਰ ਰਿਹਾ ਹੋਵੇ। ਤਪ ਕੋ ਤਪੈ ਮਹਿਤ ਸਵਧਾਨ। ਬੜਾ ਸਾਵਧਾਨ ਹੋ ਕੇ ਮਹਾਰਾਜ ਤਪ ਕਰ ਰਹੇ ਨੇ। ਇੱਕ ਅੰਗੀ ਕੇਵਲ ਦ੍ਰਿਸ਼ਟਾਂਤ ਹੈ, ਜਿਵੇਂ ਪਹਿਲਾਂ ਵੀ ਬੇਨਤੀ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਰੂਪ ਦੀ ਬਰਾਬਰੀ ਲੱਖਾਂ ਹਜ਼ਾਰਾਂ ਬ੍ਰਹਮੇ ਨਹੀਂ ਕਰ ਸਕਦੇ। ਇੱਕ ਬ੍ਰਹਮਾ ਦੀ ਤਾਂ ਕੀ ਗੱਲ ਹੈ ਸਾਧ ਸੰਗਤ ਜੀ। ਭਾਈ ਨੰਦ ਲਾਲ ਸਾਹਿਬ ਜੀ ਨੇ ਸਾਰਾ ਕੁਝ ਲਿਖਿਆ। ਹਜ਼ਾਰਾਂ ਹੀ ਬ੍ਰਹਮਾ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਚਾਹੁੰਦੇ ਨੇ, ਇੱਕ ਬ੍ਰਹਮੇ ਦੀ ਕੀ ਗੱਲ ਹੈ। ਤੋ ਇਸ ਕਰਕੇ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ, ਮਾਇਆ ਨੇ ਤਾਂ ਇਹਨਾਂ ਨੂੰ ਵੀ ਛਾਲਿਆ, ਕਲਗੀਆਂ ਵਾਲੇ ਨੂੰ ਕੌਣ ਛਲ ਸਕਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਛਲਣਾ ਚਾਹੁੰਦੇ ਸਨ ਨਾ, ਪਹਾੜੀਏ ਛਲੇ ਗਏ। ਤੋ ਇਸ ਕਰਕੇ ਮਹਾਰਾਜ ਸਾਹਿਬ ਦੀ ਸਰੂਪ ਦੀ ਬਰਾਬਰੀ ਕੌਣ ਕਰ ਸਕਦਾ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕਿਹਦੇ ਨਾਲ ਉਪਮਾ ਦਈਏ ਤੁਹਾਡੀ। ਜਿਹੋ ਜਿਹੇ ਤੁਸੀਂ ਹੋ ਬਾਜਾਂ ਵਾਲੇ ਪਿਤਾ, ਉਹ ਤੁਸੀਂ ਹੀ ਹੋ। ਤੋ ਬੜੇ ਸਾਵਧਾਨ ਦ੍ਰਿੜ ਹੋ ਕੇ ਮਨ ਨੂੰ ਐ ਰੋਕ ਕੇ ਸਾਵਧਾਨ ਇਕਾਗਰ ਚੀਤ ਹੋ ਕਰਕੇ ਤਾਪ ਭਗਤੀ ਕਰ ਰਹੇ ਹਨ। ਆਮਿਕ ਸ਼ੁਸ਼ਕ ਦਿਖਤ ਧਮਨੀ ਗਨ। ਜਿਵੇਂ ਉਹ ਪੱਤਰੇ ਝੜਿਆਂ ਵਾਲਾ ਦਰਖਤ ਨਹੀਂ ਦਿਸਦਾ ਸੁੱਕਾ ਹੋਇਆ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਦਿਖਾਈ ਦੇ ਰਿਹਾ ਹੈ। ਆਮਿਕ ਹੱਡੀਆਂ ਦਿਸ ਰਹੀਆਂ ਨੇ, ਮਾਸ ਨਹੀਂ ਦਿਸਦਾ। ਭਾਵ ਸੁੱਕ ਗਿਆ ਬਿਲਕੁਲ ਹੀ, ਨਾ ਕੋਈ ਖਾਣਾ ਨਾ ਕੋਈ ਪੀਣਾ। ਇਸ ਤਰ੍ਹਾਂ ਦਾ ਤਪ ਕਰ ਰਹੇ ਹਨ। ਤੇਜ ਪ੍ਰਤਾਪ ਦਸੋ ਦਿਸ਼ ਛਾਏ। ਪਰ ਉਹ ਭਗਤੀ ਦਾ, ਉਹ ਤਪ ਦਾ ਜਿਹੜਾ ਤੇਜ ਹੈ ਨਾ, ਦਸਾਂ ਦਿਸ਼ਾਂ ਵਿੱਚ, ਉੱਤਰ ਦੱਖਣ ਪੂਰਬ ਪੱਛਮ ਤੇ ਚਾਰ ਇਹਨਾਂ ਦੀਆਂ ਕੋਨਾਂ ਸੈਂਟਰ ਵਾਲੀਆਂ, 8 ਤੇ ਧਰਤੀ ਪਤਾਲ ਤੇ ਆਕਾਸ਼ 10। ਭਾਵ ਹਰ ਥਾਂ ਤੇ ਪੁਰੀਆਂ ਦੇ ਵਿੱਚ, ਇੰਦਰਪੁਰੀ ਵਿੱਚ, ਬ੍ਰਹਮਪੁਰੀ ਵਿੱਚ, ਸ਼ਿਵਪੁਰੀ ਵਿੱਚ ਇਹ ਉਗਰ ਤੇਜ ਤਪ ਦਾ ਤੇਜ ਫੈਲਣ ਲੱਗ ਪਿਆ। ਜਿਮ ਗ੍ਰੀਖ ਮਧਿਆਨ ਭਾਨ ਹੋਏ। ਕਹਿੰਦੇ ਜਿਵੇਂ ਜੇਠ ਹਾੜ ਦੀ ਰੁੱਤ ਹੋਵੇ, ਭਾਰੀ ਗਰਮੀ ਦੀ, ਤੇ ਸਿਖਰ ਦਾ ਸੂਰਜ ਸਿਰ ਤੇ ਜਿਵੇਂ ਤਪਦਾ ਹੈ ਨਾ, ਉਹਦੇ ਵੱਲ ਵੇਖਣਾ ਬੜਾ ਕਠਿਨ ਹੁੰਦਾ ਹੈ। ਨਹੀਂ ਕੋਈ ਨੀਝ ਲਾ ਕੇ ਇੱਕ ਸਾਰ ਇੱਕ ਟੱਕ ਅੱਖ ਝਮਕਣ ਤੋਂ ਬਿਨਾ ਉਹਦੇ ਵੱਲ ਤੱਕ ਸਕਦਾ। ਦਰਪਤ ਜਿਤ ਸਭ ਸਹਿ ਨ ਸਕਾਏ। ਇੰਨਾ ਭਾਰੀ ਤੇਜ ਤਪ ਸ੍ਰੀ ਦੁਸ਼ਟ ਦਮਨ ਜੀ ਦਾ ਫੈਲਣ ਲੱਗ ਪਿਆ ਹਰ ਪਾਸੇ, ਉੱਪਰ ਥੱਲੇ ਚਾਰੇ ਪਾਸੇ, ਕਿ ਜਿਹੜਾ ਕਿਸੇ ਤੋਂ ਸਹਿ ਨਹੀਂ ਹੋ ਰਿਹਾ, ਸਹਿਆ ਨਹੀਂ ਜਾ ਰਿਹਾ। ਅਗਨੀ ਮਨੋ ਅਧੂਮ ਪ੍ਰਕਾਸ਼ਿਤ। ਇੱਕ ਤਾਂ ਧੂਵੇਂ ਵਾਲੀ ਅੱਗ ਹੁੰਦੀ ਹੈ, ਉਹ ਤਾਂ ਕੋਲ ਵੀ ਬਲਦੀ ਹੋਵੇ ਤੇ ਉਹਦੇ ਵੱਲ ਦੇਖਿਆ ਵੀ ਜਾਂਦਾ ਹੈ, ਤੇ ਇੱਕ ਅਗਨੀ ਧੂਵੇਂ ਤੋਂ ਬਿਨਾਂ ਬੜੀ ਪ੍ਰਚੰਡ ਹੋ ਕੇ ਬਲ ਰਹੀ ਹੋਵੇ, ਬੜੇ ਭਾਂਬੜ। ਫਿਰ ਸਾਧ ਸੰਗਤ ਜੀ ਨੇੜੇ ਹੋ ਕੇ ਉਹਦੇ ਕੋਲ ਤੱਕਣਾ ਬੜਾ ਔਖਾ ਹੋ ਜਾਂਦਾ ਹੈ। ਕਈ ਵਾਰ ਚੰਡਾ ਲਾ ਕੇ ਦੂਰ ਦੂਰ ਲੋਕ ਜਾ ਕੇ ਖੜੇ ਹੋ ਜਾਂਦੇ ਨੇ ਨਾ, ਕਿਸੇ ਬਜ਼ੁਰਗ ਦਾ ਸੰਸਕਾਰ ਕਰਨ ਵੇਲੇ ਕੋਲ ਨਹੀਂ ਫਿਰ ਕੋਈ ਖੜਦਾ, ਜਦੋਂ ਆਪਣੀ ਆਈ ਤੇ ਅੱਗ ਆ ਜਾਂਦੀ ਹੈ। ਤੋ ਇਸ ਤਰ੍ਹਾਂ ਜਿਹੜੀ ਧੂਵੇਂ ਤੋਂ ਬਿਨਾਂ ਅਗਨੀ ਹੁੰਦੀ ਹੈ, ਜਿਵੇਂ ਉਹਦਾ ਬੜਾ ਭਾਰੀ ਤੇਜ ਹੁੰਦਾ, ਨਹੀਂ ਸਹਿਣ ਹੁੰਦਾ। ਅਗ੍ਰਹਿ ਆਏ ਨ ਕੋਏ ਥਿਰਾਏ। ਕਹਿੰਦੇ ਫਿਰ ਕੋਈ ਉਸ ਅੱਗ ਦੇ ਕੋਲ ਨਹੀਂ ਜਾ ਸਕਦਾ, ਅੱਗੇ ਨਹੀਂ ਆ ਸਕਦਾ, ਠਹਿਰ ਸਕਦਾ। ਬ੍ਰਹਮ ਲੋਕ ਲੋ ਤੇਜ ਤਪਨ ਕੋ। ਇਹ ਭਾਰੀ ਬੰਦਗੀ ਤਪੱਸਿਆ ਦਾ ਤੇਜ ਤਪ ਦਾ ਜਿਹੜਾ ਹੈ, ਬ੍ਰਹਮ ਲੋਕ ਤੱਕ ਫੈਲ ਗਿਆ, ਬ੍ਰਹਮੇ ਦੇ ਲੋਕ ਤੱਕ, ਬ੍ਰਹਮਪੁਰੀ ਤੱਕ ਇਹ ਜਿਹੜਾ ਪ੍ਰਭਾਵ ਤੇਜ ਦਾ ਫੈਲ ਚੁੱਕਾ ਹੈ। ਬਿਥਰਿਓ ਜਹ ਕਹਿ ਦੁਸ਼ੈ ਸੁਭਾਏ। ਦੁਸਹਿ ਕਠਨ ਜਿਹੜਾ ਸਹਿਣ ਨਾ ਹੋਵੇ, ਇਸ ਤਰ੍ਹਾਂ ਦਾ ਫੈਲ ਗਿਆ ਚਾਰੇ ਪਾਸੇ।
ਸਾਰੀਆਂ ਪੁਰੀਆਂ ਦੇ ਵਿੱਚ। ਜੀਤਿਓ ਮਨ ਹੋਏ ਧਿਆਨ ਪਰਾਇਨ, ਪ੍ਰਭੂ ਵਾਹਿਗੁਰੂ ਦੇ ਸਰੂਪ ਦੇ ਪਰਾਇਣ ਹੋ ਕੇ, ਆਸਰੇ ਹੋ ਕੇ ਆਪਣਾ ਮਨ ਜਿੱਤ ਲਿਆ। ਦੁਸ਼ਟ ਦਮਨ ਜੀ ਦੇ ਰੂਪ ਵਿੱਚ ਪ੍ਰਭੂ ਨੇ ਆਪਣੋ ਮਨ ਕਰਮੋ ਜਿਹ ਆਨਾ, ਪਾਰ ਬ੍ਰਹਮ ਕੋ ਤਿਨਹੀ ਪਛਾਨਾ। ਸ੍ਰੀ ਦਸਮ ਪਾਤਸ਼ਾਹ ਜੀ ਦੇ ਬਚਨ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ, ਜਿਨ ਗੁਰ ਪ੍ਰਸਾਦੀ ਮਨ ਜੀਤਿਆ, ਜਗ ਤਿਨਹਿ ਜਿਤਾਨਾ। ਜਿਨੇ ਗੁਰੂ ਦੀ ਕਿਰਪਾ ਨਾਲ ਮਨ ਜਿੱਤ ਲਿਆ, ਸਮਝ ਲਓ ਉਸਨੇ ਸਾਰੇ ਜਗਤ ਨੂੰ ਜਿੱਤ ਲਿਆ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮਨ ਜੀਤੈ ਜਗ ਜੀਤ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਵੈਰਾਗ ਸਤਕ ਗ੍ਰੰਥ ਭਰਥਰੀ, ਇਹ ਭਰਥਰੀ ਦੇ ਬੋਲ ਨੇ। ਉਹ ਕਹਿੰਦਾ, ਮਨ ਦਾ ਦੁਸ਼ਮਣ ਜਿਸ ਨੇ ਜਿੱਤ ਲਿਆ, ਰਿਪ ਦੁਸ਼ਮਣ ਨੂੰ ਕਹਿੰਦੇ, ਸਭ ਰਿਪ ਜੀਤੇ, ਸਾਰੇ ਦੁਸ਼ਮਣ ਸਮਝੋ ਉਸਨੇ ਜਿੱਤ ਲਏ। ਤੇ ਜਿਸ ਨੇ ਮਨ ਰਿਪ ਜੀਤਾ, ਜਿਹਦਾ ਮਨ ਰੂਪੀ ਰਿਪ ਜੀਂਦਾ ਹੈ, ਸਭ ਰਿਪ ਜੀਤੇ, ਉਹਦੇ ਸਾਰੇ ਹੀ ਦੁਸ਼ਮਣ ਜੀਂਦੇ ਨੇ। ਪਤਾ ਸਮਝੇ ਮੈਂ ਦੁਨੀਆ ਨੂੰ ਜਿੱਤ ਲਿਆ। ਸਿਕੰਦਰ ਵੀ ਕਹਿੰਦਾ ਸੀ, ਪਾਰਸਨਾਥ ਵਰਗੇ ਰੋਂਦੇ ਗਏ ਅਖੀਰ ਨੂੰ। ਤੋ ਦੁਸ਼ਟ ਦਮਨ ਮਹਾਰਾਜ ਜੀ ਨੇ ਆਪਣੇ ਮਨ ਨੂੰ ਜਿੱਤ ਲਿਆ, ਇਕਾਗਰ ਕਰ ਲਿਆ। ਕਰਤਾ ਪੁਰਖ ਸਾਥ ਲਿਵ ਲਾਏ, ਮੂਲ ਮੰਤਰ ਦੇ ਅੰਦਰ ਬਚਨ ਆਉਂਦੇ ਨੇ ਨਾ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਵਾਹਿਗੁਰੂ। ਉਸ ਦੇ ਵਿੱਚ ਲਿਵ ਜੁੜੀ ਹੋਈ ਹੈ। ਸਰਬ ਜੋਤ ਕੀ ਜੋਤ ਉਦੋਤਕ, ਸਾਰੀਆਂ ਜੋਤੀਆਂ ਦੀ ਪ੍ਰਗਟ ਜਿਹੜੀ ਜੋਤ ਹੈ, ਦੀਵੇ ਵਿੱਚ ਵੀ ਪ੍ਰਕਾਸ਼ ਕਰਨ ਵਾਲੀ ਜੋਤ, ਟਟੈਣੇ ਨੂੰ ਵੀ ਪ੍ਰਕਾਸ਼ ਕਰਨ ਵਾਲੀ ਜੋਤ, ਸੂਰਜ ਨੂੰ ਵੀ, ਚੰਦਰਮਾ ਨੂੰ ਵੀ, ਤਾਰਿਆਂ ਨੂੰ ਵੀ, ਅਗਨੀ ਨੂੰ ਵੀ, ਇਹ ਖੱਟ ਜੋਤੀਆਂ ਨੂੰ ਪ੍ਰਕਾਸ਼ਣ ਵਾਲੀ ਜੋਤ। ਸਾਡੇ ਸਰੀਰ ਦੇ ਵਿੱਚ ਜੋਤ ਪਾ ਕੇ ਇਹ ਅੱਖਾਂ ਨੂੰ ਚਲਾਉਣ ਵਾਲੀ ਜੋਤ, ਉਹ ਜੋਤੀ ਪ੍ਰਕਾਸ਼ ਵਾਹਿਗੁਰੂ ਜੋ ਹੈ। ਆਸ ਸਰੂਪ ਮਹਿ ਰਹੇ ਸਮਾਏ, ਐਸੇ ਸਰੂਪ ਪਰਮਾਤਮਾ ਦੇ ਵਿੱਚ ਜਿਹੜਾ ਸਹਿ ਭੰਗ ਸਰੂਪ ਹੈ, ਸਾਡੇ ਵਿੱਚ ਜੋ ਜੋਤ, ਉਸ ਦੀ ਜੋਤ ਕਰਕੇ ਅਸੀਂ ਬੋਲਦੇ ਚੱਲਦੇ ਹਾਂ, ਪਰ ਉਹ ਕਿਸੇ ਤੋਂ ਜੋਤ ਨਹੀਂ ਲੈਂਦਾ। ਉਹ ਸਹਿ ਭੰਗ ਸੁਤੇ ਸਿੱਧ ਜੋਤ ਹੈ, ਉਹ ਜੋਤ ਸਰੂਪ ਹੈ। ਉਹਦੇ ਵਿੱਚ ਸਮਾਦ ਲੱਗੀ ਹੋਈ ਇੱਕ ਰੂਪ ਹੋਏ ਹਨ। ਏਕ ਰੂਪ ਹੋਏ ਤਨ ਸੁਧ ਵਿਸਰੀ, ਇੱਕ ਸਰੂਪ ਹੋ ਗਏ ਦੁਵੈ ਤੇ ਏਕ ਰੂਪ ਹੋਵੈ ਗਇਓ। ਇਹ ਵਿਦ ਕਰਤ ਤਪੱਸਿਆ ਭਇਓ, ਦੁਵੈ ਤੇ ਏਕ ਰੂਪ ਹੋਵੈ ਗਇਓ। ਦਸਵੇਂ ਪਾਤਸ਼ਾਹ ਮਹਾਰਾਜ ਆਪ ਉਚਾਰਨ ਕਰਦੇ ਨੇ, ਕਹਿੰਦੇ ਕੋਈ ਫਰਕ ਹੀ ਨਹੀਂ ਰਹਿ ਗਿਆ, ਦੋ ਤੋਂ ਇੱਕ ਹੋ ਗਏ ਅਸੀਂ। ਇਸ ਤਰ੍ਹਾਂ ਤਪੱਸਿਆ ਕਰਦਿਆਂ ਹੋਇਆਂ ਪਾਰ ਬ੍ਰਹਮ ਪਰਮੇਸ਼ਰ ਪਾਏ, ਪਾਰ ਬ੍ਰਹਮ ਵਾਹਿਗੁਰੂ ਪ੍ਰਮਾਤਮਾ ਨੂੰ ਪਾ ਲਿਆ, ਭਾਵ ਕਿ ਪ੍ਰਮਾਤਮਾ ਸਰੂਪ ਹੀ ਹੋ ਗਏ। ਬੀਤੇ ਬਰਖ ਅਸੰਖ ਏਕ ਭੇ, ਇਸ ਤਰ੍ਹਾਂ ਪਾ ਕੇ ਇਤਨੀ ਉੱਚੀ ਅਵਸਥਾ ਤੇ ਪਹੁੰਚ ਕੇ ਵੀ ਅਜੇ ਵੀ ਤਪ ਨਹੀਂ ਛੱਡਿਆ, ਅਜੇ ਵੀ ਤਪ ਵਿੱਚ ਲੀਨ ਨੇ। ਕਹਿੰਦੇ ਸੰਖ ਗਿਣਤੀ ਵਿੱਚ ਹੁੰਦਾ ਤੇ ਐੜਾ ਲੱਗ ਜਾਵੇ ਗਿਣਤੀ ਤੋਂ ਪਰੇ। ਜਿਵੇਂ ਕਹਿੰਦੇ ਨਾ, ਅਰਬ ਖਰਬ ਕੁੰਦ ਨੀਲ ਪਦਮ ਅਸੰਖ, ਸੰਖ ਤੇ ਅਸੰਖ ਇਸ ਤੋਂ ਵੀ ਅੱਗੇ। ਇੰਨੇ ਵਰੇ ਇੰਨੇ ਸਾਲ ਬਤੀਤ ਹੋ ਗਏ। ਮੂਰਤ ਤਪ ਕੀ ਤਨੂ ਸੁਹਾਏ, ਮਾਨੋ ਤਪ ਦੀ ਮੂਰਤ ਹੀ ਸੋਭ ਰਹੀ ਹੈ। ਇੰਨਾ ਤਪ ਕੀਤਾ, ਮਾਨੋ ਤਪ ਨੇ ਹੀ ਸਰੀਰ ਧਾਰਿਆ ਹੋਇਆ ਹੈ। ਜਿਹਦਾ ਤਪ ਕਰ ਰਹੇ ਨੇ ਉਸੇ ਦਾ ਸਰੂਪ ਬਣ ਗਏ। ਦੋਹਰਾ ਦਿੜ ਤਪਸਾ ਮੈਂ ਧਿਆਨ ਲਗ, ਪਰਮਾਤਮਾ ਦੀ ਭਗਤੀ ਵਿੱਚ ਦ੍ਰਿੜਤਾ ਦੇ ਨਾਲ ਧਿਆਨ ਜੁੜਿਆ ਹੈ। ਤਪ ਕੋ ਤੇਜ ਵਿਸਾਲ, ਉਸ ਤਪ ਦਾ ਬੜਾ ਭਾਰੀ ਤੇਜ ਪ੍ਰਤਾਪ ਹਰ ਥਾਂ ਤੇ ਫੈਲ ਗਿਆ। ਹਰ ਭਰ ਦੇਵਨ ਮਹਿ ਪਰਿਓ, ਜਿਹੜੇ 33 ਕਰੋੜ ਦੇਵਤੇ ਨੇ, 9 ਕਰੋੜ ਦੇਵੀਆਂ ਨੇ, ਬ੍ਰਹਮਾ ਦੇ ਗਣ ਨੇ, ਸ਼ਿਵ ਦੇ ਗਣ ਨੇ,
ਸਾਰਿਆਂ ਦੇ ਵਿੱਚ ਖਰਬਰਾਹਟ ਪੈ ਗਈ, ਘਬਰਾਹਟ ਫੈਲ ਗਈ। ਆਕੁਲ ਭੇ ਤਿਸ ਕਾਲ ਸਾਰੇ ਵਿਆਕੁਲ ਹੋ ਗਏ, ਸਾਰਿਆਂ ਦੇ ਅੰਦਰ ਖਰਬਰਾਹਟ ਘਬਰਾਹਟ ਹੋਵੇ ਕਿ ਇਹ ਕੀ ਹੋਣ ਲੱਗ ਪਿਆ ਹੈ। ਸਵਈਆ ਛੰਦ ਅਗਨ ਪੁਰੋਗਮ ਸਹਿਤ ਪੁਰੰਦਰ। ਦੇਖੋ ਸਾਧ ਸੰਗਤ ਜੀ, ਜਦੋਂ ਕੋਈ ਬੜਾ ਉਗਰ ਤਪ ਕਰਦਾ ਹੈ ਨਾ, ਤਾਂ ਬ੍ਰਹਮੇ ਦਾ ਤਖਤ ਵੀ ਡੋਲ ਜਾਂਦਾ ਹੈ, ਉੱਥੇ ਵੀ ਭੁਚਾਲ ਆਉਣੇ ਸ਼ੁਰੂ ਹੋ ਜਾਂਦੇ ਨੇ। ਇੰਦਰ ਦੀ ਪਦਵੀ ਵੀ ਡੋਲਣ ਲੱਗ ਪੈਂਦੀ ਹੈ, ਉਹਦਾ ਤਖਤ ਵੀ ਫਿਰ ਡਾਵਾਂ ਡੋਲ ਜਿਹਾ ਹੋ ਜਾਂਦਾ ਹੈ, ਤੇ ਸ਼ਿਵ ਦਾ ਤਖਤ ਵੀ ਡੋਲਣ ਲੱਗ ਪੈਂਦਾ ਹੈ, ਵਿਸ਼ਨੂੰ ਦਾ ਤਖਤ ਵੀ ਡੋਲਣ ਲੱਗ ਪੈਂਦਾ ਹੈ। ਇੱਕੋ ਤਖਤ ਹੈ ਜਿਹੜਾ ਨਿਹਚਲ ਹੈ, ਜਿਹੜਾ ਡੋਲਦਾ ਨਹੀਂ। ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ, ਨਿਹਚਲ ਕੋ ਥਾਉ ਨਾਹੀ। ਇਹਨਾਂ ਵਿੱਚ ਨਿਹਚਲ ਥਾਂ ਕੋਈ ਵੀ ਨਹੀਂ, ਸਭ ਡੁਲਾਏ ਮਾਨ। ਪਰ ਜਿਹੜਾ ਸੱਚਖੰਡ ਵਸੈ ਨਿਰੰਕਾਰ, ਤੇ ਧੰਨ ਬਾਜਾਂ ਵਾਲੇ ਦਾ ਜਿਹੜਾ ਤਖਤ ਹੈ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾਂ ਪਾਤ ਸਾਹੋ ਨਿਹਚਲ ਚੌਰ ਛਤ। ਇਹ ਨਾ ਡੋਲਿਆ ਨਾ ਡੋਲੇਗਾ ਕਦੇ ਸਾਧ ਸੰਗਤ ਜੀ, ਇਹ ਜੁਗੋ ਜੁਗ ਅਟਲ ਰਹੇਗਾ। ਤੋ ਦੇਖੋ, ਇੰਦਰ ਵੀ ਡੋਲ ਗਿਆ, ਦੇਵਤੇ ਵੀ ਡੋਲ ਗਏ, ਸਭ ਕੋਈ ਘਬਰਾ ਰਿਹਾ ਹੈ। ਇੰਦਰ, ਅਗਨੀ ਦੇਵਤੇ ਔਰ ਪੌਣ ਦੇਵਤੇ, ਵਰਨ ਦੇਵਤੇ ਦੇ ਸਹਿਤ ਗਏ ਬ੍ਰਿੰਦ ਸੁਰ ਬ੍ਰਹਮਾ ਪਾਸ। ਇਹ ਸਾਰੇ ਹੀ ਜਿਹੜੇ ਦੇਵਤੇ ਨੇ ਬ੍ਰਹਮੇ ਦੇ ਕੋਲ ਗਏ ਬ੍ਰਹਮਪੁਰੀ ਵਿੱਚ। ਕਿਸਨੇ ਤੇਜਤ ਗਮ ਤਪ ਤਾਪਿਓ। ਕਹਿੰਦੇ ਇੰਨਾ ਨਿਗਮ ਉਗਰ ਤੇਜ ਤਪ ਕਿਸਨੇ ਤਪਾਇਆ ਹੈ, ਕਿਸਨੇ ਇੰਨਾ ਤਪ ਕੀਤਾ ਹੈ। ਸੁਰਗ ਲੋਕ ਲੋ ਭਇਓ ਪ੍ਰਕਾਸ਼। ਕਹਿਣ ਲੱਗੇ ਬ੍ਰਹਮਾ ਜੀ, ਸਵਰਗ ਲੋਕ, ਸ਼ਿਵ ਲੋਕ ਤੱਕ ਉਸ ਤੇਜ ਤਪ ਦਾ ਪ੍ਰਕਾਸ਼ ਤੇਜ ਫੈਲਿਆ ਹੈ। ਨਹੀਂ ਸਹਾਰ ਸਕੈ ਸੁਰ ਸਾਰੇ। ਇਹ ਸਾਰੇ ਦੇਵਤੇ, ਇਹ ਕੋਟ ਸੂਰ ਨਾਨਕ ਪ੍ਰਗਾਸ, ਇੱਕ ਸੂਰਜ ਦਾ ਤੇਜ ਨਹੀਂ ਸਹਾਰਿਆ ਜਾਂਦਾ, ਤੇ ਜਿਹੜਾ ਕਰੋੜਾਂ ਸੂਰਜਾਂ ਨੂੰ ਪ੍ਰਕਾਸ਼ ਵੀ ਕਰਨ ਵਾਲਾ ਤੇਜ, ਉਹ ਕਿਵੇਂ ਸਹਾਰਿਆ ਜਾਵੇਗਾ। ਕਹਿੰਦੇ ਸਾਰੇ ਦੁਖੀ ਹਨ। ਕਠਨ ਘੋਰ ਅਸ ਵਿਦਿਤਿਓ ਰਾਸ। ਇਸ ਤਰ੍ਹਾਂ ਦਾ ਭਾਰੀ ਸਮੂਹ ਤਾਪ ਦਾ ਸਮੂਹ ਕਹਿ ਲਈਏ, ਇਕੱਠ, ਇਹ ਕਠਨ ਤੇਜ ਪ੍ਰਤਾਪ ਹੋਇਆ ਹੈ। ਕਰੁਣਾ ਕਰੋ ਸਹਾਇਕ ਹੋਏ ਕਰ। ਸਾਡੀ ਸਹਾਇਤਾ ਕਰੋ, ਸਾਡੇ ਤੇ ਕਿਰਪਾ ਕਰੋ ਤੁਸੀਂ। ਹਮਰੇ ਸੰਸੈ ਦੇਹੋ ਬਿਨਾਸ਼। ਇਹ ਸਾਡੇ ਅੰਦਰ ਭਰਮ ਫੈਲ ਗਿਆ, ਕਿਤੇ ਸਾਡੀ ਪਦਵੀ ਨਾ ਕੋਈ ਖੋਹ ਲਵੇ। ਇੰਦਰ ਨੂੰ ਡਰ ਪੈ ਗਿਆ, ਕੋਈ ਇਹੋ ਜਿਹਾ ਤਪਸਵੀ ਤਾਂ ਨਹੀਂ ਪੈਦਾ ਹੋ ਗਿਆ ਜਿਹੜਾ ਇੰਨਾ ਤਾਪ ਕਰ ਰਿਹਾ ਹੈ, ਕਿਤੇ ਮੇਰਾ ਤਖਤ ਹੀ ਨਾ ਜਾਂਦਾ ਰਹੇ ਸਵਰਗ ਦਾ। ਕਹਿਓ ਦ੍ਰੋਣ ਨੇ ਚਿੰਤਾ ਤਿਆਗੋ। ਬ੍ਰਹਮਾ ਕਹਿਣ ਲੱਗਾ, ਦੇਵਤਿਓ ਚਿੰਤਾ ਨਾ ਕਰੋ, ਚਿੰਤਾ ਛੱਡ ਦਿਓ ਤੁਸੀਂ। ਕਾਲ ਸਮਾਪਤ ਤਪ ਕੋ ਆਏ। ਇਸ ਰਿਖੀ ਦਾ, ਇਸ ਤਪਸਵੀ ਦੇ ਤਪ ਦਾ ਸਮਾਂ ਜਿਹੜਾ ਸੰਪੂਰਨ ਹੋਣ ਦਾ ਨੇੜੇ ਹੈ। ਅਖਲ ਜਗਤ ਕੋ ਰੱਖਿਅਕ ਸੁਆਮੀ। ਕਹਿਣ ਲੱਗੇ ਤਪ ਕੌਣ ਕਰ ਰਿਹਾ ਹੈ, ਤਾਂ ਕਹਿਣ ਲੱਗੇ ਸਾਰੇ ਜਗਤ ਦੀ ਰੱਖਿਆ ਕਰਨ ਵਾਲੇ ਵਾਹਿਗੁਰੂ। ਸੋ ਤੁਮਰੇ ਵੀ ਹੋਏ ਸਹਾਏ। ਉਹ ਹੀ ਆਪਣਾ ਸਰਗੁਣ ਸਰੂਪ ਧਾਰ ਕੇ ਤਪ ਕਰ ਰਹੇ ਨੇ। ਤੇ ਦੇਵਤਿਓ ਡਰੋ ਨਾ, ਤੁਹਾਡਾ ਤਖਤ ਖੋਣ ਵਾਸਤੇ ਤਪ ਨਹੀਂ ਕਰ ਰਹੇ, ਉਹ ਤਾਂ ਤੁਹਾਡੀ ਵੀ ਸਹਾਇਤਾ ਕਰਨਗੇ। ਪ੍ਰਥਮ ਅਵਤਰੇ ਪ੍ਰਭ ਪੁਰਸ਼ੋਤਮ। ਉਸੇ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ, ਜਗਤ ਵਿੱਚ ਪਹਿਲਾ ਸਰੂਪ ਜੋ ਧਾਰਨ ਕੀਤਾ, ਉੱਤਮ ਪੁਰਸ਼ ਬਣ ਕੇ। ਸ੍ਰੀ ਨਾਨਕ ਨਿਜ ਨਾਮ ਤਰਾਏ। ਜਿਨ੍ਹਾਂ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨਾਮ ਤੇ ਧਰਾਇਆ, ਜਗਤ ਵਿੱਚ ਆ ਕੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਵਰਤਿਓ ਬਿਨਾ ਕਾਲ ਕਲ ਪੈਰਵ। ਕਿਉਂਕਿ ਅਜੇ ਕਲਯੁਗ ਦਾ ਸਮਾਂ ਨਹੀਂ ਸੀ। ਕਲਯੁਗ ਦਾ ਸਮਾਂ ਤਾਂ ਅਜੇ ਦੂਰ ਸੀ, ਪਰ ਕਲਯੁਗ ਬਿਨਾਂ ਸਮੇਂ ਤੋਂ ਹੀ ਭਿਆਨਕ ਹੋ ਕੇ ਵਰਤਣ ਲੱਗ ਪਿਆ।
ਤੋ ਇਸ ਤਰੀਕੇ ਦੇ ਨਾਲ ਭਰਿਓ ਨਰਕ ਪਾਪੀ ਸਮੁਦਾਏ। ਕਲਯੁਗ ਦਾ ਜੀਵਾਂ ਤੇ ਇੰਨਾ ਪ੍ਰਭਾਵ ਪੈ ਗਿਆ ਕਿ ਧਰਮਰਾਜ ਵੀ ਵਿਚਾਰਾ ਦੁਖੀ ਹੋ ਗਿਆ, ਉਹਦੇ ਨਰਕ ਭਰ ਗਏ। ਇੰਨੇ ਲੋਕ ਪਾਪੀ ਜੰਮ ਪਏ ਦੁਨੀਆ ਵਿੱਚ, ਨਰਕਾਂ ਦੇ ਨਰਕ ਭਰ ਗਏ ਉਹਦੇ। ਤੋ ਜਿਸ ਤਰ੍ਹਾਂ ਜੇਲ੍ਹਾਂ ਭਰ ਜਾਂਦੀਆਂ ਨਾ ਦੇਸ਼ ਦੇ ਰਾਜਿਆਂ ਦੀਆਂ, ਫਿਰ ਉਹ ਕਹਿੰਦੇ ਹੁਣ ਰੱਖੀਏ ਇਹਨਾਂ ਨੂੰ ਕਿੱਥੇ ਭਾਈ, ਜੇਲ੍ਹਾਂ ਤਾਂ ਹੁਣ ਫੁੱਲ ਹੋ ਗਈਆਂ। ਐਵੇਂ ਧਰਮਰਾਜ ਦੇ ਨਰਕ ਭਰ ਗਏ। ਤੇ ਇੱਕ ਵਾਰ ਤਾਂ ਮਹਾਰਾਜੇ ਜਨਕ ਨੇ ਖਾਲੀ ਕਰ ਦਿੱਤੇ ਸਨ ਜਾ ਕੇ। ਉਸ ਵੇਲੇ ਧਰਮਰਾਜਾ ਉਦੋਂ ਵੀ ਰੋਇਆ ਸੀ ਕਿ ਮੇਰੇ ਸਾਰੇ ਨਰਕ ਖਾਲੀ ਹੋ ਗਏ। ਮਹਾਰਾਜੇ ਜਨਕ ਨੇ ਸਾਰੇ ਖਾਲੀ ਕਰ ਦਿੱਤੇ। ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਕੇ ਸਿਮਰਨ ਨੇ ਪਾਪੀ ਤਰਹਿ ਅਨੇਕ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਬ੍ਰਹਮ ਗਿਆਨੀ ਦਾ ਇੱਕ ਘੜੀ ਦਾ ਸਿਮਰਨ ਜਿਹੜਾ ਹੈ ਨਾ, ਉਹ ਅਨੇਕਾਂ ਪਾਪੀਆਂ ਨੂੰ ਤਾਰ ਦਿੰਦਾ ਹੈ। ਸਾਡੇ ਵਰਗੇ ਸਾਰੀ ਉਮਰ ਵੀ ਕਰਦੇ ਰਹਿਣ, ਆਪ ਹੀ ਨਹੀਂ ਤਰ ਸਕਦੇ, ਕਿਸੇ ਨੂੰ ਕੀ ਤਾਰ ਲੈਣਾ ਹੈ। ਪਰ ਉਸ ਵੇਲੇ ਵੀ ਬ੍ਰਹਮਾ ਰੋਇਆ ਸੀ। ਬ੍ਰਹਮਾ ਕਹਿੰਦਾ ਕਿ ਐ ਭਗਵਾਨ, ਮੇਰੇ ਸਾਰੇ ਹੀ ਪ੍ਰਮਾਤਮਾ ਨਰਕ ਖਾਲੀ ਹੋ ਗਏ। ਤਾਂ ਪ੍ਰਮਾਤਮਾ ਨੇ ਕਿਹਾ, ਕਿਉਂ ਰੋਂਦਾ ਹੈ, ਕਿਉਂ ਦੁਖੀ ਹੁੰਦਾ ਹੈ? ਆ ਐਡੀ ਭੈੜੀ ਬੂਟੀ ਇੱਕ ਤਿਆਰ ਹੋਣ ਵਾਲੀ ਹੈ ਕਲਯੁਗ ਦੇ ਸਮੇਂ ਵਿੱਚ। ਜਿਹੜਾ ਵੀ ਉਸ ਬੂਟੀ ਨੂੰ ਪੀਵੇਗਾ ਉਹ ਤੇਰੇ ਨਰਕ ਵਿੱਚ ਆ ਕੇ ਹੀ ਪਵੇਗਾ। ਉਹ ਬੂਟੀ ਤਮਾਕੂ। ਸਾਧ ਸੰਗਤ ਜੀ, ਜਗਤ ਝੂਠ, ਹੁੱਕਾ, ਤਮਾਕੂ, ਸਿਗਰਟ, ਪਾਨ, ਬੀੜੀ, ਚਰਸ, ਨਸਵਾਰ, ਸਾਰਿਆਂ ਵਿੱਚ ਤਮਾਕੂ ਪੈਂਦਾ ਹੈ। ਹੁਣ ਤਾਂ ਕਹਿੰਦੇ ਚਾਹ ਨੂੰ ਵੀ ਤਮਾਕੂ ਦੀ ਪੁੱਠ ਦੇਣ ਲੱਗ ਪਏ ਨੇ। ਇਸੇ ਕਰਕੇ ਕਈ ਗੁਰਸਿੱਖ ਰਹਿਤ ਵਾਲੇ ਉਹ ਚਾਹ ਨਹੀਂ ਪੀਂਦੇ। ਸਾਧ ਸੰਗਤ ਜੀ, ਸੰਤ ਬਾਬਾ ਗੁਰਬਚਨ ਸਿੰਘ ਮਹਾਂਪੁਰਖਾਂ ਨੇ ਇਹ ਸਾਰੇ ਸਿੰਘਾਂ ਨੂੰ ਸੋ ਤਾੜਨਾ ਦੇ ਨਾਲ ਰੋਕਿਆ ਹੋਇਆ ਸੀ ਕਿ ਕਿਸੇ ਨੇ ਵੀ ਭਾਈ ਇਹ ਚਾਹ ਨਹੀਂ ਵਰਤਣੀ। ਜਿਸ ਵੀ ਚੀਜ਼ ਵਿੱਚ ਤਮਾਕੂ ਦੀ ਅੰਸ਼ ਪੈਂਦੀ ਹੈ, ਜਿਹੜਾ ਮੂੰਹ ਵਿੱਚ ਪਾ ਲਵੇਗਾ ਉਹ ਨਰਕਾਂ ਨੂੰ ਜਾਏਗਾ। ਇਹ ਯਾਦ ਰੱਖਿਓ, ਬਚ ਕੇ ਰਿਹਾ ਕਰੋ ਕਿਸੇ ਵੀ ਚੀਜ਼ ਤੋਂ। ਤੋ ਤਮਾਕੂ ਜਿਹੜਾ ਪੀਵੇਗਾ, ਧਰਮਰਾਜ ਨਰਕ ਤੇਰੇ ਭਰ ਜਾਣਗੇ। ਕਵੀ ਜੀ ਕਹਿ ਰਹੇ ਨੇ, ਨਰਕ ਭਰ ਗਏ। ਜਿਹੜੇ 20 ਨਰਕ ਮੰਨੇ ਗਏ, ਵੱਡੀਆਂ ਵੱਡੀਆਂ ਜੇਲ੍ਹਾਂ ਕਹਿ ਲਈਏ, ਕੁਰੂ ਨਰਕ, ਸਵਾਨ ਮੁਖ ਨਰਕ, ਰੂਰੂ ਨਰਕ, ਇਸ ਤਰ੍ਹਾਂ ਦੇ ਜਿਹੜੇ ਨਰਕ ਸਨ ਸਾਰੇ ਭਰ ਗਏ। ਤਿਨ ਜੀਵਨ ਕੋ ਨਾਮ ਅਲੰਬ ਦਿਐ। ਉਹਨਾਂ ਨੂੰ ਜੀਵਨ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਨੇ, ਬਚਾਇਆ ਨਰਕਾਂ ਤੋਂ। ਅਲੰਬ ਦੇ ਕੇ, ਨਾਮ ਦਾ, ਭਗਤੀ ਦਾ, ਰਹਿਤ ਦੇ ਕਰਕੇ, ਇਹ ਜਗਤ ਝੂਠ ਤੋਂ ਦੂਰ ਕਰਕੇ ਕਿ ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਾਮ ਪਕੜ ਚਲਾਈਆਂ। ਸਤ ਸੰਗਤ ਕੋ ਪੰਥ ਵਿਸਾਲ। ਸਤ ਸੰਗਤ ਦਾ ਭਾਰੀ ਜਿਹੜਾ ਰਸਤਾ ਹੈ, ਉਹ ਜਗਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੋਰਿਆ। ਕਰਤਬ ਕੀਨਾ ਸਿੱਖੀ ਤੋਰੀ, ਜਨਮ ਜਨਮ ਲਿਵ ਵਿਸਰੀ ਜੋੜੀ, ਨਰਕ ਪੜਨ ਤੇ ਜੀਵ ਉਧਾਰੇ, ਸੱਚ ਨਾਮ ਦੇ ਭਵਜਲ ਤਾਰੇ। ਤਾਂ ਹੀ ਸ੍ਰੀ ਗੁਰਮੁਖ ਪ੍ਰਕਾਸ਼ ਦੇ ਕਰਤਾ ਨੇ ਲਿਖਿਆ, ਉਹ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਨੇ ਚਾਰੇ ਪਾਸੇ ਧਰਮਸਾਲ ਬਣਾ ਦਿੱਤੀ, ਘਰ ਘਰ ਜਗ੍ਹਾ ਜਗ੍ਹਾ, ਤੇ ਜਿਹੜੇ ਜਮਦੂਤ ਇਹ ਪੁਕਾਰਨ ਲੱਗ ਪਏ ਜਾ ਕੇ ਧਰਮਰਾਜ ਦੇ ਕੋਲ। ਕਹਿੰਦਾ ਕੀ ਹੋ ਗਿਆ ਤੁਹਾਨੂੰ, ਕੀ ਰੌਲਾ ਪਾਈ ਫਿਰਦੇ ਹੋ? ਕਹਿੰਦੇ ਧਰਮਰਾਜ ਜੰਦਰੇ ਲਾ ਦਿਓ ਆਪਣੇ ਨਰਕਾਂ ਨੂੰ ਹੁਣ। ਕਹਿੰਦਾ ਕਾਰਨ ਕੀ ਹੈ? ਕਹਿੰਦੇ ਹੁਣ ਤੁਹਾਡੇ ਨਰਕਾਂ 'ਚ ਨਹੀਂ ਆਉਣੇ ਜੀਵ। ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਰੇ ਪਾਸੇ ਕਾਂਸੀ ਬਣਾ ਦਿੱਤੀ ਹਿੰਦੁਸਤਾਨ ਦੇ ਵਿੱਚ, ਦੇਸ਼ ਦੇ ਵਿੱਚ, ਥਾਂ ਥਾਂ ਤੇ ਜਾ ਕੇ ਚਾਰੇ ਪਾਸੇ, ਚਾਰੇ ਦਿਸ਼ਾ ਵੱਲ ਜੇਤੀ ਨਰਕਾਵਲੀ ਬਣਾਈ ਹੈ ਵਿਧਾਤਾ ਬਰਿੰਦ। ਜਿੰਨੀ ਵੀ ਨਰਕਾਂ ਵਾਲੀਆਂ ਜੇਲ੍ਹਾਂ ਬਣਾਈਆਂ ਵਿਧਾਤੇ ਨੇ, ਮੂਲ ਤੇ ਉਪਾੜੋ ਨਾ ਵਿਚਾਰੋ ਵਾਕ ਰਾਸੀ ਕੋ, ਮੁੱਢੋਂ ਹੀ ਪੁੱਟ ਦਿਓ, ਜੇਲ੍ਹਾਂ ਬੰਦ ਕਰ ਦਿਓ, ਜੰਦਰੇ ਲਾ ਦਿਓ ਇਹਨਾਂ ਨਰਕਾਂ ਨੂੰ। ਕਾਲ ਪੈ ਪੁਕਾਰੇ ਦੂਤ, ਦੇਖੋ ਗੁਰੂ ਨਾਨਕ ਜੂ, ਦੇਸ਼ को बनायो 4 कुंट देश कांसी को, कलू में बनायो 4 कुंट देश कांसी को। ਚਾਰੇ ਦਿਸ਼ਾਂ ਵੱਲ ਕਾਂਸੀ ਹੀ ਬਣਾ ਦਿੱਤੀ ਗੁਰੂ ਨਾਨਕ ਸਾਹਿਬ ਨੇ। ਮੁਕਤੀ ਦੇ ਘਰ ਬਣਾ ਦਿੱਤੇ, ਧਰਮਸ਼ਾਲਾ ਬਣਾ ਦਿੱਤੀਆਂ। ਹੁਣ ਤੁਹਾਡੇ ਨਰਕਾਂ ਵਿੱਚ ਕੌਣ ਆਵੇਗਾ? ਕਵੀ ਜੀ ਵਿਖਿਆਨ ਕਰ ਰਹੇ ਨੇ, ਨਰਕ ਭਰ ਕੇ ਦੁਖੀ ਹੋਏ ਜੀਵ ਤੋਂ ਪ੍ਰਮਾਤਮਾ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਇਹਨਾਂ ਜੀਵਾਂ ਨੂੰ ਨਰਕਾਂ ਤੋਂ ਬਚਾਉਣ ਵਾਸਤੇ
ਧਾਰਨ ਕੀਤਾ। ਦੇਖੋ ਅਸਾਮ ਧੋਬੜੀ ਜਾਦੂਗਰਨੀਆਂ ਰਹਿੰਦੀਆਂ ਸਨ, ਲੋਕਾਂ ਨੂੰ ਜੰਤਰ ਮੰਤਰ ਪੜ੍ਹ ਕੇ ਆਪਣੇ ਅਧੀਨ ਕਰ ਲੈਂਦੀਆਂ ਸਨ, ਆਪਣੇ ਬੰਦੇ ਬਣਾ ਲੈਣੇ, ਘਰ ਦੇ ਨੌਕਰ ਬਣਾ ਕੇ ਮੇਢੂ ਬਣਾ ਲੈਣਾ। ਭਾਈ ਮਰਦਾਨਾ ਜੀ ਤੇ ਵੀ ਅਸਰ ਪਾ ਦਿੱਤਾ ਸੀ। ਤੋ ਉਸ ਅਸਾਮ ਦੇ ਵਿੱਚ ਗਣਕਾ ਦੇ ਅਸਥਾਨਾਂ ਤੇ ਜਾ ਕੇ ਵੀ ਗੁਰੂ ਨਾਨਕ ਸਾਹਿਬ ਨੇ ਧਰਮਸ਼ਾਲਾ ਬਣਾ ਦਿੱਤੀਆਂ। ਹੋਰ ਕਿਸੇ ਜਗ੍ਹਾ ਦਾ ਤਾਂ ਆਪਾਂ ਕੀ ਕਹਿ ਸਕਦੇ ਹਾਂ ਜਿੱਥੇ ਇਸ ਤਰ੍ਹਾਂ ਦੇ ਥਾਂ ਸਨ ਗੰਦਗੀ ਵਾਲੇ, ਉੱਥੇ ਵੀ ਮਹਾਰਾਜ ਜੀ ਨੇ ਧਰਮਸਾਲ, ਧਰਮ ਦਾ ਅਸਥਾਨ ਥਾਪਨ ਕਰ ਦਿੱਤਾ। ਪਰ ਅਫਸੋਸ ਦੁੱਖ ਹੈ ਕਿ ਜਿਨ੍ਹਾਂ ਘਰਾਂ ਦੇ ਵਿੱਚ ਮਹਾਰਾਜ ਨੇ ਧਰਮਸ਼ਾਲਾ ਬਣਾਈਆਂ, ਘਰਾਂ ਘਰਾਂ ਵਿੱਚ ਥਾਵਾਂ ਥਾਵਾਂ ਤੇ ਜਾ ਕੇ ਧਰਮ ਨੂੰ ਪ੍ਰਪੱਕ ਕੀਤਾ, ਉਹ ਘਰਾਂ ਦੇ ਵਿੱਚ ਅੱਜ ਦੇਖੋ ਸਾਡੀਆਂ ਫਰਿੱਜਾਂ ਦੇ ਵਿੱਚ ਮੁਰਦਾਰ ਪਏ ਹੋਏ, ਸ਼ਰਾਬਾਂ ਦੀਆਂ ਬੋਤਲਾਂ ਪਈਆਂ ਹੋਈਆਂ। ਉਹਨਾਂ ਨੂੰ ਆਪਾਂ ਕੀ ਕਹਾਂਗੇ? ਉਹ ਧਰਮਸਾਲ ਹੈ, ਉਹ ਗਣਕਾ ਸਾਲ ਬਣ ਗਏ, ਗਣਕਾ ਬਾੜੇ ਹੀ ਬਣ ਗਏ ਸਾਧ ਸੰਗਤ ਜੀ। ਫੇਰ ਜਿੱਥੇ ਨਾਚ ਹੁੰਦੇ ਨੇ, ਡੀਜੇ ਵੱਜਦੇ ਨੇ। ਤੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਤਾਂ ਨਰਕਾਂ ਤੋਂ ਬਚਾਇਆ ਜੀਵਾਂ ਨੂੰ, ਪਰ ਅੱਜ ਦੇ ਕਲਯੁਗ ਦੇ ਜੀਵ ਫਿਰ ਨਰਕਾਂ ਵਾਲੇ ਪਾਸੇ ਨੂੰ ਤੁਰ ਪਏ। ਗੁਰੂ ਕਿਰਪਾ ਕਰੇ, ਸਿੱਧੀਆਂ ਪਾਵੇ ਸਾਨੂੰ ਸਾਧ ਸੰਗਤ ਜੀ। ਤੋ ਕਹਿ ਰਹੇ ਹਨ ਕਵੀ ਜਨ ਜੀ ਕਿ ਧੰਨ ਗੁਰੂ ਨਾਨਕ ਸਾਹਿਬ ਨੇ ਘਰ ਘਰ ਸਤ ਸੰਗਤ ਖੋਲ ਦਿੱਤੀ। ਤਪ ਆਦਿਕ ਮੈਂ ਲਖ ਅਸ਼ਕਤ ਨਰ। ਜੀਵਾਂ ਨੂੰ ਵੇਖ ਕਰਕੇ ਕਿ ਇਹਨਾਂ ਵਿੱਚ ਤਾਪ ਕਰਨ ਦੀ ਸ਼ਕਤੀ ਨਹੀਂ ਹੈ, ਸ਼੍ਰੇ ਸੁਖੇਨ ਪਾਏ ਤਤਕਾਲ। ਜਿਸ ਕਰਕੇ ਸੌਖੀ ਹੀ ਮੁਕਤੀ ਪਾ ਲੈਣ ਝਟ ਹੀ। ਭੰਗ ਮੁਸ਼ਟ ਤਿਨ ਬਖਸ਼ਿਸ਼ ਕੀਨਸ। ਮਹਾਰਾਜ ਜੀ ਨੇ ਭੰਗ ਦੇ ਪਹਾੜੇ ਬਖਸ਼ਿਸ਼ ਕਰ ਦਿੱਤੀ ਬਾਬਰ ਤੇ। ਗਮਨੇ ਜਮਨ ਸੋ ਅਬੈ ਕੁਚਾਲ। ਛੋਟੀ ਚਾਲ ਵਾਲੇ ਜਮਨ, ਇਹ ਗਿਲਜੇ, ਇਹ ਮੁਗਲ ਦੁਸ਼ਟ ਜਿਹੜੇ ਬਹੁਤੇ ਜ਼ੁਲਮ ਕਰਨ ਲੱਗ ਪਏ ਹਨ। ਹਿੰਦੁਨ ਧਰਮ ਬਿਨਾਸ਼ਨ ਚਾਹਤ। ਇਹ ਹਿੰਦੂਆਂ ਦਾ ਧਰਮ ਮੁੱਢੋਂ ਹੀ ਖਤਮ ਕਰਨਾ ਚਾਹੁੰਦੇ ਹਨ। ਮਹਾਮੰਦ ਮਤ ਦੁਸ਼ਟ ਕਰਾਲ। ਇਹ ਮੁਗਲ, ਇਹ ਦੁਸ਼ਟ ਲੋਕ ਬੜੇ ਮੰਦੀ ਮਤ ਵਾਲੇ। ਜਿਹੜਾ ਬਚਨ ਪਿੱਛੇ ਆਇਆ ਨਾ ਭੰਗ ਦੇ ਪਹਾੜੇ, ਇਹਦੇ ਬਾਰੇ ਵੀ ਥੋੜੀ ਜਿਹੀ ਬੇਨਤੀ ਕਰਦੇ ਹਾਂ। ਇਹ ਭੰਗ ਮੁਸ਼ਟ ਦਾ ਮਤਲਬ ਇਹ ਨਹੀਂ ਕਿ ਭੰਗ ਦੀ ਮੁੱਠ ਦੇ ਕੇ ਮਹਾਰਾਜ ਤੋਂ ਰਾਜ ਬਾਬਰ ਨੇ ਲੈ ਲਿਆ। ਲੈ ਕੇ ਜ਼ਰੂਰ ਆਇਆ ਸੀ ਮਹਾਰਾਜ ਦੇ ਕੋਲ ਭੰਗ ਦਾ ਪਿਆਲਾ, ਤੇ ਹਜ਼ੂਰ ਨੇ ਕਿਹਾ ਸੀ ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਪਰਮਾਤਮਾ ਦਾ ਭਾਉ ਹੀ ਸਾਡੀ ਭੰਗ ਹੈ। ਇਹੀ ਨਸ਼ਾ ਸਾਨੂੰ ਹਰ ਵੇਲੇ ਚੜਿਆ ਰਹਿੰਦਾ, ਬੰਦਗੀ ਦਾ, ਨਾਮ ਦਾ। ਤੋ ਫਿਰ ਮਹਾਰਾਜ ਦੇ ਬਚਨ ਮੰਨੇ, ਇਸਨੇ ਸਾਰੀ ਜੇਲ੍ਹ ਖਾਲੀ ਕਰ ਦਿੱਤੀ। ਜਿੰਨੇ ਵੀ ਨਿਰਦੋਸ਼ ਪਕੜ ਕੇ ਜੇਲ੍ਹ 'ਚ ਪਾਏ, ਉਹ ਸਾਰੇ ਕਢਾਏ ਗੁਰੂ ਨਾਨਕ ਸਾਹਿਬ ਨੇ। ਤੇ ਜਦੋਂ ਮਹਾਰਾਜ ਨੇ ਪੰਕਤੀ ਉਚਾਰੀ ਨਾ, ਤੇਰੇ ਨਾਮ ਨਿਵੇ ਰਹੇ ਲਿਵ ਲਾਏ, ਕਹਿਣ ਲੱਗਾ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਝੋਲੀ 'ਚ ਵੀ ਇਹ ਖੈਰ ਪਾ ਦਿਓ ਬੰਦਗੀ ਦੀ। ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਰ ਕਰਤਾਰ ਦੇ ਚਰਨਾਂ ਤੇ ਮੱਥਾ ਰੱਖ ਦੇ। ਇਹਨੇ ਮੱਥਾ ਲਾ ਦਿੱਤਾ ਧਰਤੀ ਦੇ। ਉਸੇ ਵੇਲੇ ਬਚਨ ਮੰਨ ਕੇ, ਐਡਾ ਵੱਡਾ ਬਾਦਸ਼ਾਹ ਸੀ, ਨਿਮਰਤਾ ਧਾਰਨ ਕੀਤੀ ਜਦੋਂ, ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ ਕਹਿੰਦੇ ਜਾ ਤੈਨੂੰ ਰਾਜ ਦਿੱਤਾ, 7 ਪੁਸ਼ਤਾਂ ਤੱਕ ਤੇਰਾ ਰਾਜ ਰਹੇਗਾ। ਮਹਾਰਾਜ 7 ਪੁਸ਼ਤਾਂ ਤੱਕ ਹੀ? ਹਜੂਰ ਕਹਿੰਦੇ ਜੇ ਨਿਆਂ ਕਰੋਗੇ ਤਾਂ ਅੱਗੇ ਵੀ ਲੈ ਸਕੋਗੇ, ਜੇ ਅਨਿਆਈ ਬਣ ਗਏ ਤਾਂ ਚੇਤਾ ਰੱਖਿਓ ਤੁਹਾਡੇ ਰਾਜ ਦੀਆਂ ਜੜ੍ਹਾਂ ਖਾਰੇ ਸਮੁੰਦਰ 'ਚ ਪਾ ਕੇ ਰਾਜ ਵਾਪਸ ਲੈ ਲਵਾਂਗੇ। ਤੋ ਸਾਧ ਸੰਗਤ ਜੀ, ਇਹ ਬਾਬਰ ਬੰਦਗੀ ਵਿੱਚ ਜੁੜ ਗਿਆ। ਭਾਵੇਂ ਇਹਨੇ ਬੜਾ ਵੱਡਾ ਆਪਣਾ ਰਾਜ ਵਧਾਇਆ ਸੀ, ਦਿੱਲੀ ਤੇ ਵੀ ਇਹ ਤਖਤ ਤੇ ਜਾ ਕੇ ਬੈਠ ਗਿਆ ਸੀ। ਜਦੋਂ ਬਿਰਧ ਹੋਇਆ, ਇਹਦਾ ਬੱਚਾ ਸੀ ਹਮਾਯੂ। ਹਮਾਯੂ ਬਿਮਾਰ ਇੰਨਾ ਹੋ ਗਿਆ, ਉਹਦੇ ਚਾਚੇ ਦੇ ਪੁੱਤ ਨੇ ਉਹਨੂੰ ਕੁਝ ਇਸ ਤਰ੍ਹਾਂ ਦੀ ਚੀਜ਼ ਖਾਣੇ ਵਿੱਚ ਖਵਾ ਦਿੱਤੀ ਕਿ ਬਿਲਕੁਲ ਮੌਤ ਦੇ ਕਿਨਾਰੇ ਤੇ ਪਹੁੰਚ ਗਿਆ। ਵੈਦਾਂ ਨੇ, ਹਕੀਮਾਂ ਨੇ ਜਵਾਬ ਦੇ ਦਿੱਤਾ ਕਿ ਬਚ ਨਹੀਂ ਸਕਦਾ। ਇਹ ਬਾਬਰ ਬੰਦਗੀ ਵਾਲਾ ਸੀ, ਇਸ ਕਰਕੇ ਇਹਨੇ ਬੇਨਤੀ ਕੀਤੀ, ਐ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ
ਤੁਸੀਂ ਤਾਂ ਵਰ ਦਿੱਤਾ ਸੀ ਪੁਸ਼ਤਾਂ ਤੱਕ ਰਹੇਗਾ। ਮਹਾਰਾਜ ਮੇਰੇ ਪੁੱਤਰ ਦੀ ਜਾਨ ਬਚਾਓ, ਮੇਰੀ ਜਾਨ ਲੈ ਲਓ, ਪਰ ਮੇਰੀ ਤਾਂ ਜ਼ਿੰਦਗੀ ਹੁਣ ਬਿਰਧ ਹੋ ਗਿਆ, ਕੋਈ ਗੱਲ ਨਹੀਂ, ਚਲਾ ਵੀ ਜਾਵਾਂਗਾ, ਪਰ ਮੇਰਾ ਪੁੱਤਰ ਰਾਜ ਕਰੇ, ਤਖਤ ਤੇ ਬੈਠੇ। ਤੋ ਇਹਦਾ ਪੁੱਤਰ ਰਾਜੀ ਹੋ ਗਿਆ ਸੀ ਸਾਧ ਸੰਗਤ ਜੀ, ਹਮਾਯੂ। ਤੇ ਇਸ ਤਰ੍ਹਾਂ ਹਮਾਯੂ ਤੋਂ ਬਾਅਦ ਅਕਬਰ ਤੱਕ ਇਹ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਪ੍ਰੀਤ ਕਰਦੇ ਰਹੇ, ਪ੍ਰੇਮ ਕਰਦੇ ਰਹੇ। ਅਕਬਰ ਤੋਂ ਬਾਅਦ ਜਦੋਂ ਜਹਾਂਗੀਰ ਤਖਤ ਤੇ ਬੈਠਾ, ਉਹ ਮਲਾਣਿਆਂ ਕਾਜ਼ੀਆਂ ਦੇ ਕਹੇ ਤੇ ਗੁਰੂ ਘਰ ਦੇ ਨਾਲ ਵੈਰ ਕਰਨ ਲੱਗਾ, ਧਰੋਹ ਕਰਨ ਲੱਗਾ, ਸਾਧ ਸੰਗਤ ਜੀ ਈਰਖਾ ਕਰਨ ਲੱਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੁਲਾ ਕੇ ਲਾਹੌਰ ਚੰਦੂ ਦੇ ਰਾਹੀਂ ਕਿਸ ਤਰ੍ਹਾਂ ਸ਼ਹੀਦ ਕਰਵਾਇਆ। ਫਿਰ ਸ਼ਾਹਜਹਾਂ ਤਖਤ ਤੇ ਬੈਠਾ, ਉਹਨੇ ਵੀ ਜ਼ੁਲਮ ਕਮਾਏ। ਫਿਰ ਉਸ ਤੋਂ ਬਾਅਦ ਉਹਦਾ ਪੁੱਤਰ ਔਰੰਗਜ਼ੇਬ, ਉਹ ਬਚਨ ਕਵੀ ਜੀ ਕਰ ਰਹੇ ਨੇ ਕਿ ਵਾਰਤਾ ਦੇ ਦਿੱਤਾ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਪਰ ਇਹ ਅਨਿਆਈ ਹੋ ਗਏ, ਹਿੰਦੂ ਧਰਮ ਨੂੰ ਖਤਮ ਕਰਨ ਵਾਸਤੇ ਯਤਨ ਕਰਨ ਲੱਗੇ ਕਿ ਕੇਵਲ ਮੁਸਲਮਾਨ ਇਸਲਾਮ ਹੀ ਰਹੇਗਾ। ਸੀਸ ਦੇ ਕੂਰੋ ਤਿੰਨ ਕਰਕੇ, ਉਹਨਾਂ ਨੂੰ ਝੂਠੇ ਕਰਕੇ ਜਿਹੜੇ ਬਚਨ ਕਹੇ ਸਨ ਕਿ ਅਨਿਆਂ ਕਰੋਗੇ ਤਾਂ ਤੁਹਾਡਾ ਰਾਜ ਖੋਵਾਂਗੇ, ਖਤਮ ਕਰ ਦਿਆਂਗੇ, ਜੜ੍ਹਾਂ ਪੁੱਟ ਦਿਆਂਗੇ, ਝੂਠੇ ਕਰਕੇ ਸਿਰ ਦੇ ਕੇ। ਹਰੈ ਤੇਜ ਤਿੰਨ ਰਾਜ ਬਿਨਾਸ਼, ਇਹਨਾਂ ਦਾ ਤੇਜ ਪ੍ਰਤਾਪ ਨਾਸ ਕਰਨਾ ਹੈ, ਰਾਜ ਇਹਨਾਂ ਦਾ ਖਤਮ ਕਰਨਾ ਹੈ। ਨੌ ਸਰੀਰ ਧਰ ਵਰਤੇ ਪ੍ਰਭ ਜੀ, ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ 9 ਸਰੂਪ ਧਾਰ ਕੇ ਵਰਤੇ ਹਨ। 9ਵਾਂ ਸਰੂਪ ਗੁਰਗੱਦੀ ਤੇ ਬੈਠੇ ਹਨ। ਅਬ ਦਸਵੇਂ ਕੋ ਕਰੈ ਪ੍ਰਕਾਸ਼, ਹੁਣ ਥੋੜੇ ਸਮੇਂ ਤੱਕ 10ਵੇਂ ਸਰੂਪ ਦਾ ਪ੍ਰਕਾਸ਼ ਜਗਤ ਵਿੱਚ ਹੋਵੇਗਾ, ਉਹ ਪ੍ਰਗਟ ਹੋਣਗੇ ਜਗਤ ਦੇ ਵਿੱਚ। ਦੇਵੀ ਦੇਵ ਦੇਹੁਰੇ ਤੀਰਥ, ਇਹ ਜਿਤਨੇ ਵੀ ਦੇਵੀ ਹਨ, ਦੇਵੀਆਂ ਦੇ ਮੰਦਰ ਹਨ, ਦਿਉਰੇ ਹਨ, ਤੀਰਥ ਹਨ ਹਿੰਦੂਆਂ ਦੇ। ਆਗਮ ਨਿਗਮ ਅਪਰ ਮਤ ਰਾਸ, ਆਗਮ ਵੇਦ ਨਿਗਮ ਸ਼ਾਸਤਰ, ਹੋਰ ਵੀ ਇਹਨਾਂ ਦੇ ਸਮੂਹ ਗ੍ਰੰਥ, ਧਰਮ ਦੇ ਅਸਥਾਨ। ਹਿੰਦੂ ਧਰਮ ਕੇ ਰੱਖਿਅਕ ਹੋਵੇ, ਇਹ ਸਾਰੇ ਹਿੰਦੂ ਧਰਮ ਦੇ ਰੱਖਿਅਕ ਬਣ ਗਏ ਜਿਹੜੇ ਤਪ ਕਰ ਰਹੇ ਨੇ। ਹਿੰਦੂ ਧਰਮ ਦੇ ਰੱਖਿਅਕ ਦਾ ਮਤਲਬ ਇਹ ਵੀ ਨਾ ਕੋਈ ਕੱਢ ਲਵੇ ਕਿ ਹਿੰਦੂਆਂ ਦੇ ਹੀ ਕੇਵਲ ਰਾਖੇ ਬਣ ਕੇ ਆਏ ਨੇ, ਕਿਉਂਕਿ ਉਸ ਵੇਲੇ 2 ਹੀ ਧਰਮ ਸਨ, ਇੱਕ ਮੁਸਲਮਾਨ ਧਰਮ ਸੀ ਤੇ ਇੱਕ ਹਿੰਦੂ ਧਰਮ ਸੀ ਹਿੰਦੁਸਤਾਨ ਦੇ ਵਿੱਚ। ਤੀਜਾ ਕੋਈ ਧਰਮ ਇੱਥੇ ਹੈ ਹੀ ਨਹੀਂ ਸੀ। ਈਸਾਈ ਸੂਈ ਕ੍ਰਿਸਚਨ ਤੇ ਤਾਂ ਅੰਗਰੇਜ਼ਾਂ ਨੇ ਇੱਥੇ ਲਿਆ ਕੇ ਵੱਖਰੇ ਹੀ ਪੈਦਾ ਕਰ ਦਿੱਤੇ ਹਿੰਦੁਸਤਾਨ ਦੇ ਵਿੱਚ, ਇਹ ਕੋਈ ਵੀ ਇੱਥੇ ਨਹੀਂ ਸੀ ਸਾਧ ਸੰਗਤ ਜੀ। ਤੋ ਹਿੰਦੂ ਧਰਮ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਸੀ ਔਰੰਗਜ਼ੇਬ। ਬਿਲਕੁਲ ਹੀ ਹਜ਼ਾਰਾਂ ਨਿਰਦੋਸ਼ਾਂ ਦੇ ਕਤਲ ਹੁੰਦੇ ਸਨ ਰੋਜ਼ਾਨਾ। ਇੱਥੋਂ ਤੱਕ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਹਾਬੂਦੀਨ ਅਰ ਸ਼ਮਸ ਖਾਨੇ ਲੱਖੋਂ ਹਿੰਦੂ ਕਤਲ ਕਰਾਨੇ। ਜਿਹੜਾ ਸਹਾਬੂਦੀਨ ਬਾਦਸ਼ਾਹ ਹੋਇਆ ਦਿੱਲੀ ਦਾ, ਸ਼ਮਸ ਖਾਨ ਹੋਇਆ, ਇਹਨਾਂ ਲੱਖਾਂ ਹਿੰਦੂਆਂ ਦੇ ਸਿਰ ਕੱਟੇ। ਔਰ ਫਿਰੋਜ਼ ਸ਼ਾਹ ਖਿਲਜੀ ਨਰ ਘਾਏ, ਸਿਕੰਦਰ ਲੋਧੀ ਜ਼ੁਲਮ ਕਮਾਏ। ਇਹ ਜਿਤਨੇ ਵੀ ਆਏ ਨਾ ਧਰਤੀ ਤੇ, 20,000 ਹਿੰਦ ਕੀ ਨਾਰੀ ਟਕੇ ਟਕੇ ਮੁੱਲ ਵੇਚੀ ਸਾਰੀ। ਗਜਨੀ ਨੂੰ ਜਾ ਕੇ ਵੇਚੀਆਂ 20,000 ਹਿੰਦੂਆਂ ਦੀਆਂ ਬਹੁ ਬੇਟੀਆਂ, ਨੱਕ ਵਿੱਚ ਨੱਥਾਂ ਪਾ ਕੇ। ਸਾਧ ਸੰਗਤ ਜੀ, ਕੋਈ ਬਚਾ ਨਹੀਂ ਸਕਿਆ ਇਹਨਾਂ ਦਾ ਰਾਜਾ ਰਾਣਾ। ਕਿੰਨੇ ਰਾਜਪੂਤ ਰਾਜੇ ਸਨ ਜਿਹੜੇ ਅੱਜ ਕਹਿੰਦੇ ਨਾ ਅਸੀਂ 80 ਕਰੋੜ ਤੇ ਸਿੱਖ ਕੇਵਲ 2 ਕਰੋੜ। ਉਦੋਂ 80 ਕਰੋੜ ਵਾਲੇ ਕਿੱਥੇ ਚਲੇ ਗਏ ਸਨ ਸਾਧ ਸੰਗਤ ਜੀ, ਜਦੋਂ ਇਹਨਾਂ ਦੀਆਂ ਧੀਆਂ ਭੈਣਾਂ ਦੇ ਨੱਕਾਂ ਵਿੱਚ ਨੱਥ ਪਾ ਕੇ ਗਜਨੀ ਨੂੰ ਜਾ ਕੇ ਟਕੇ ਟਕੇ ਦੇ ਮੁੱਲ ਤੇ ਵੇਚਿਆ ਜਾਂਦਾ ਸੀ। ਉਹ ਦਿਨ ਯਾਦ ਕਰਨ। ਤੋ ਅਯੁੱਧਿਆ 20,000 ਦਜੋਤਮ ਸਾੜੇ ਅਗਨੀ ਲਾਏ ਮਹੋਤਮ। ਅਯੁੱਧਿਆ ਵਿੱਚ 20,000 ਸਾਧੂ ਬੈਠੇ ਸਨ, ਆਪਸ ਦੇ ਵਿੱਚ ਕੋਈ ਸਲਾਹ ਮਸ਼ਵਰਾ ਕਰਨ ਵਾਸਤੇ। ਅੱਗ ਲਾ ਕੇ ਤੰਬੂ ਵਿੱਚ ਸਾਰੇ ਹੀ ਸਾੜ ਦਿੱਤੇ। ਜਮਨ ਰਾਜ, ਮੁਗਲਾਂ ਦਾ ਜਦੋਂ ਰਾਜ ਸੀ,
ਕਾਂਸੀ 30,000 ਕਤਲਾ 30,000 ਕਾਂਸੀ ਵਿੱਚ ਕਤਲ ਕੀਤੇ ਗਏ। ਇਉਂ ਹਿੰਦਵਾਨ ਨਾਸ ਕਰ ਸਕਲਾ। ਇਹ ਔਰੰਗਜ਼ੇਬ ਦੇ ਵੇਲੇ ਦੀਆਂ ਗੱਲਾਂ ਨੇ। ਜਦੋਂ ਗੁਰਮੁਖੋ ਪਾਣੀ ਫੇਰ ਪੀਂਦਾ ਸੀ, ਪਹਿਲਾਂ ਉਹ ਜਨੇਊਆਂ ਨੂੰ ਤੋਲ ਕੇ, 1.25 ਮਣ ਜਨੇਊ ਤੋਲ ਕੇ ਫਿਰ ਰਾਤ ਦੀ ਰੋਟੀ ਖਾਂਦਾ ਸੀ। ਤੇ 1.25 ਮਣ ਜਨੇਊ ਕਿੰਨਿਆਂ ਦੇ ਗਲੋਂ ਲੱਥਦੇ ਹੋਣਗੇ। ਅੱਜ ਇਹਨਾਂ ਨੂੰ ਬੜੀਆਂ ਗੱਲਾਂ ਆਉਂਦੀਆਂ ਨੇ, ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਓ, ਦਰਬਾਰ ਸਾਹਿਬ ਤੇ ਕਬਜ਼ਾ ਕਰ ਲਓ। ਉਦੋਂ ਇਹਨਾਂ ਦੀਆਂ ਗੱਲਾਂ ਕਿੱਥੇ ਗਈਆਂ, ਕਿੱਥੇ ਲੁਕ ਗਏ? ਇਹਨਾਂ ਦੇ ਦੇਵੀ ਦੇਵਤੇ ਵੀ ਕੋਈ ਨਹੀਂ ਪ੍ਰਗਟ ਹੋਇਆ। ਕਹਾਂ ਦੇਵੀ देवते थे आज जो मुराद देवै, बलि बान छूटे जहाँ मुगल पठान के, काली कलकत्ते वाली कर गई भौन खाली, जाए के बिराजी कहीं चादरा रही तान के, हाय अफसोस किसी आए के ना सार लीनी, जब शीस कटते थे कुल हिंदवान के, किसी ने प्रचंड होके देश का ना भला कीता, आज सभी जाग उठे देवता जहान के, कुल देवी देवता जहान से जे दूर होते, जो ना तीर छूटते गुरु गोबिंद सिंह जवान के। जो दे महाबली धन गुरु गोबिंद सिंह महाराज जी दे धनख विचों तीर ना छुटदे ते कित्थों हिंदू रहने सन, कित्थों इन्हां दे दिवाले सवाले टिके रहने सन ਜਿਹੜੇ मत्थे ते लाई फिरदे ने। ये गुरु गोबिंद सिंह दे साहिबजादियां दे खून दे टिके ने। जो कुछ अज सोच रहे ने, इहो जे बथेरे सोचते आए ने, जकरीए अबदाली वर्गे पता नहीं किन्ने क, पर देख लो किवें उड्डे ने। समा समाप्त, मैं ज़्यादा गाह ना जावां। श्री गुरु गोबिंद तो महाराज साहब किरपा करन। अगला प्रसंग आपां कल दे दीवाना विच सरवण करांगे। महाराज साहब केवल हिंदू दी रखिया लई नहीं, ਜਿਹੜਾ ਵੀ शरण ਵਿੱਚ ਮਜਲੂਮ ਹੋ ਕੇ ਪਿਆ ਉਹਦੀ ਰੱਖਿਆ ਵਾਸਤੇ ਆਏ ਨੇ। ਕਿਉਂਕਿ शरण ਵਿੱਚ ਆ ਕੇ ਪੈ ਗਏ ਸਨ। ਜਦੋਂ ਮਜਲੂਮ ਬਣ ਕੇ ਆਏ ਤਾਂ ਬਾਹ ਫੜੀ, ਤੇ ਜਦੋਂ ਗੁਰਮੁਖੋ ਸ਼ਸਤਰ ਲੈ ਕੇ ਚੜ੍ਹ ਕੇ ਆਏ ਤੇ ਇਹੋ ਹੀ ਅਸਥਾਨ ਹੈ ਜਿੱਥੇ ਉਹਨਾਂ ਦੇ ਮੂੰਹ ਵੀ ਭੰਨੇ। ਜਿਹੜਾ ਭੀਮ ਚੰਦ ਸੀ ਉਹਨੂੰ ਮਹਾਰਾਜ ਨੇ ਕਿਹਾ ਸੀ, ਇੱਕ ਹੱਥ ਵਿੱਚ ਭੀਮ ਚੰਦਾ ਪ੍ਰੇਮ ਦਾ ਪਿਆਲਾ, ਦੂਜੇ ਵਿੱਚ ਖੰਡਾ ਹੈ, ਕੀ ਲੈਣਾ ਤੂੰ? ਖੰਡਾ ਚਾਹੀਦਾ, ਖੰਡੇ ਦੀ ਧਾਰ ਚਾਹੀਦੀ ਕਿ ਪ੍ਰੇਮ ਦਾ ਪਿਆਲਾ ਚਾਹੀਦਾ ਹੈ? ਇਹੋ ਸਥਾਨ ਹੈ ਜਿੱਥੇ ਮਹਾਰਾਜ ਨੇ ਬਚਨ ਕੀਤੇ। ਮਹਾਰਾਜ ਕਿਰਪਾ ਕਰਨ, ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ। ਸਭ ਦੀ ਹਾਜ਼ਰੀ ਥਾਂ ਪਵੇ, ਵਿਘਨਾਂ ਦਾ ਹੋਵੇ ਨਾਸ, ਕਾਰਜ ਹੋਵਨ ਰਾਸ, ਨਾਮ ਦਾ ਰੰਗ, ਸਾਧ ਦਾ ਸੰਗ, ਨਿਸ਼ਚਾ ਹੋਵੇ ਭੰਗ, ਸਤਿਗੁਰੂ ਦਾ ਅੰਗ ਸਦੀਵ ਕਾਲ ਪ੍ਰਾਪਤ ਹੁੰਦਾ ਰਹੇ। ਹਉ ਕਿਆ ਸਾ ਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਦੇਵੀ ਦੇਵ ਦੇਹਰੇ ਤੀਰਥ, ਆਗਮ ਨਿਗਮ ਅਪਰਮਤ ਰਾਸ, ਹਿੰਦੂ ਧਰਮ ਕੇ ਰਖਿਅਕ ਹੋਵੇ, ਸ਼੍ਰੀ ਗੁਰੂ ਗੋਬਿੰਦ ਸਿੰਘ ਹੁਲਾਸ। ਵਾਹਿਗੁਰੂ 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 ਵਾਹਿਗੁਰੂ। ਹੇ
ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਹੈ ਭੀ ਹੋਵਨਹਾਰ ਹੈ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੈ ਪਾਰ ਜੋ ਸਰਦਾ ਕਰ ਸੀਮ ਦੇ ਗੁਰ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੀਮ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।